ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਾਰਗ ਮਹੱਲਾ ਪੰਜਵਾ। ਮਾਈ ਧੀਰ ਰਹੀ ਪ੍ਰੈ ਬਹੁਤ ਬੈਰਾਗਿਓ। ਅਨਕ ਪਾਤ ਅਨੂਪ ਰੰਗ ਰੇ ਤੈਨ ਸੌਰ ਚੈਨ ਲਾਗਿਓ। ਮਾਈ ਧੀਰ ਰਹੀ ਪ੍ਰੈ ਬਹੁਤ ਬੈਰਾਗਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ ਜੁਗ ਜੁਗ ਅਟਲ ਸ਼ਬਦਾ ਅਵਤਾਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਅਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਈ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਭ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਾਰਗ ਮਹੱਲਾ ਪੰਜਵਾ। ਸਾਰੰਗ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਗੁਰਬਾਣੀ ਦੇ ਰਚਨਹਾਰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ੋਭਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਮਾਈ ਧੀਰ ਰਹੀ ਪ੍ਰੈ ਬਹੁਤ ਬੈਰਾਗਿਓ। ਜਿਵੇਂ ਵੱਡੀ ਸਖੀ ਦੇ ਪਾਸ ਪਤੀ ਦੀ ਪ੍ਰਾਪਤੀ ਵਾਲੀ ਚਾਹਵਾਨ ਇਸਤਰੀ ਸਿੱਖਿਆ ਲੈਣ ਵਾਸਤੇ ਬੇਨਤੀ ਕਰਦੀ ਹੈ, ਇਸੇ ਪ੍ਰਕਾਰ ਬ੍ਰਹਮ ਗਿਆਨ ਦੀ ਪ੍ਰਾਪਤੀ ਵਾਲੀ ਮਹਾਤਮਾ ਰੂਪ ਸਖੀ ਇਹਦੇ ਕੋਲ ਪਤੀ ਪਰਮੇਸ਼ਰ ਦੀ ਪ੍ਰਾਪਤੀ ਦੀ ਚਾਹਵਾਨ ਜਗਿਆਸੂ ਰੂਪ ਸਖੀ ਬੇਨਤੀ ਕਰਦੀ ਹੈ। ਸਤਿਗੁਰੂ ਜੀ ਇਸ ਵਾਰਤਾ ਦਾ ਅਲੰਕਾਰ ਬਣਾ ਕੇ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਮਾਈ ਇਹ ਮਾਤਾ ਪਿਤਾ ਦੀ ਤਰ੍ਹਾਂ ਮਹਾਤਮਾ ਰੂਪ ਸਖੀ ਹੁਣ ਮੇਰੇ ਹਿਰਦੇ ਵਿੱਚ ਧੀਰਜਤਾ ਰਹਿ ਗਈ ਹੈ। ਪਤੀ ਪਰਮੇਸ਼ਰ ਦੀ ਹੌਲੀ ਹੌਲੀ ਪ੍ਰਾਪਤੀ ਹੋ ਜਾਵੇਗੀ, ਇਹ ਧੀਰਜਤਾ ਰਹਿ ਚੁੱਕੀ ਹੈ, ਕਿਉਂਕਿ ਪਿਆਰੇ ਪਤੀ ਪਰਮੇਸ਼ਰ ਦੀ ਪ੍ਰਾਪਤੀ ਦਾ ਮੈਨੂੰ ਅਤਿਅੰਤ ਵੈਰਾਗ ਲੱਗ ਰਿਹਾ ਹੈ। ਅਨਕ ਪਾਤ ਅਨੂਪ ਰੰਗ ਰੇ ਮਹਾਤਮਾ ਰੂਪ ਸਖੀ ਜੋ ਅਨੇਕ ਤਰ੍ਹਾਂ ਦੇ ਖਾਣ ਵਾਲੇ ਪਦਾਰਥ ਅਤੇ ਸੋਹਣੇ ਰੂਪ ਵਾਲੀਆਂ ਵਸਤੂਆਂ ਹਨ, ਜਾਂ ਜੋ ਅਨੇਕ ਤਰ੍ਹਾਂ ਦੇ ਸੁੰਦਰ ਤਮਾਸ਼ੇ ਦੇਖਣੇ ਹਨ, ਜਾਂ ਜੋ ਅਨੇਕ ਪ੍ਰਕਾਰ ਦੇ ਸਰੀਰ 'ਤੇ ਸੁੰਦਰ ਵਸਤਰ ਜਾਂ ਰੂਪ ਬਣਾਉਣੇ ਹਨ। ਤਿੰਨ ਸਿਉ ਰੁਚੈਨ ਲਾਗਿਓ। ਤਿੰਨਾਂ ਦੇ ਨਾਲ ਮੇਰੇ ਚਿੱਤ ਦੀ ਰੁਚੀ ਪ੍ਰੀਤੀ ਨਹੀਂ ਲੱਗਦੀ। ਰਹਾਉ
ਇਸੇ ਪ੍ਰਕਾਰ ਮਹਾਰਾਜ ਫਰਮਾਉਂਦੇ ਹਨ। ਅਨਕ ਪਾਤ ਅਨੂਪ ਰੰਗ ਰੇ। ਜੋ ਅਨੇਕ ਤਰ੍ਹਾਂ ਦੇ ਪਦਾਰਥ ਪ੍ਰਾਪਤ ਕਰਨੇ ਹਨ, ਜੋ ਅਨੇਕ ਪ੍ਰਕਾਰ ਦੇ ਵਿਸ਼ਿਆਂ ਦੇ ਆਨੰਦ ਨੂੰ ਸੁੰਦਰ ਜਾਣ ਕੇ ਭੋਗਣਾ ਹੈ, ਜਾਂ ਜੋ ਅਨੇਕ ਤਰ੍ਹਾਂ ਦੇ ਸ਼ਾਸਤਰਾਂ ਦੁਆਰਾ ਈਸ਼ਰ ਦਾ ਨਿਰਣਾ ਕਰਨਾ ਹੈ, ਜਾਂ ਅਨੇਕ ਤਰ੍ਹਾਂ ਦਾ ਸ਼ਾਸਤਰ ਗਿਆਨ ਹੈ ਅਤੇ ਉਪਮਾ ਤੋਂ ਰਹਿਤ ਭਾਵ ਅਨੇਕ ਪ੍ਰਕਾਰ ਦੀ ਉਪਾਸਨਾ ਦੇ ਰੰਗ ਚਾੜ੍ਹਨੇ ਹਨ ਇਤਿਆਦਿਕ। ਤਿਨ ਸਿਉ ਰੁਚੈ ਨਾ ਲਾਗਿਓ। ਤਿਨਾਂ ਦੇ ਨਾਲ ਮੇਰੀ ਚਿੱਤ ਦੀ ਬਿਰਤੀ ਦੀ ਰੁਚੀ ਨਹੀਂ ਲੱਗਦੀ। ਮੈਂ ਤਾਂ ਕੇਵਲ ਪਤੀ ਪਰਮੇਸ਼ਰ ਦੇ ਦਰਸ਼ਨਾਂ ਦੀ ਚਾਹਵਾਨ ਹਾਂ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਨਿਸਬਾਸਰ ਪ੍ਰੈ ਪ੍ਰੈ ਮੁਖ ਟੇਰਾਓ। ਜਿਵੇਂ ਰਾਤ ਅਤੇ ਦਿਨੇ ਬੰਬੀ ਹੈ, ਮੂੰਹੋਂ ਪ੍ਰਿਓ ਪ੍ਰਿਓ ਆਵਾਜ਼ ਉਚਾਰਦਾ ਰਹਿੰਦਾ ਹੈ, ਇਉਂ ਮੇਰਾ ਚਿੱਤਰੂ ਬੰਬੀ ਹੈ। ਰਾਤ ਦਿਨੇ ਅੰਤਕ ਰੂਪੀ ਮੁਖ ਦੁਆਰਾ ਹੇ ਪਿਆਰੇ ਪਤੀ ਪਰਮੇਸ਼ਰ, ਹੇ ਪਿਆਰੇ ਪਤੀ ਪਰਮੇਸ਼ਰ, ਇਹ ਸ਼ਬਦ ਉਚਾਰਦਾ ਰਹਿੰਦਾ ਹੈ। ਨੀਂਦਾ ਪਲਕ ਨਹੀਂ ਜਾਗਿਓ। ਮੇਰੇ ਅੱਖਾਂ ਦੇ ਪਰਦਿਆਂ ਵਿੱਚ ਪ੍ਰਤੱਖ ਨੀਂਦ ਨਹੀਂ ਆਉਂਦੀ, ਜਾਂ ਅੱਖਾਂ ਦੀ ਪਲਕ ਪਾਵਸ਼ਾਈ ਉੱਤੇ ਨੀਂਦ ਨਹੀਂ ਆਉਂਦੀ। ਮੈਂ ਸਦਾ ਹੀ ਜਾਗ ਕੇ ਸਮਾਂ ਬਤੀਤ ਕਰਦੀ ਹਾਂ। ਚਾਰ ਪਹਿਰ ਚੌਜੁਗੈ ਸਮਾਨੇ। ਦਿਨ ਦੇ ਚਾਰ ਪਹਿਰ ਮੇਰੇ ਲਈ ਚਾਰ ਯੁੱਗਾਂ ਦੇ ਬਰਾਬਰ ਲੰਬੇ ਬਣ ਜਾਂਦੇ ਨੇ। ਰਹਿਣ ਭਾਈ ਤਾਂ ਵੀ ਅੰਤ ਨਾ ਜਾਣੇ। ਜਦ ਰਾਤ ਆਉਂਦੀ ਹੈ ਤਾਂ ਕੋਈ ਅੰਤ ਨਹੀਂ ਆਉਂਦਾ ਕਿ ਕਿੰਨੀ ਲੰਬੀ ਹੈ। ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ। ਪਲ ਮਾਤਰ ਵੀ ਸ਼ਾਂਤੀ ਰੂਪ ਨੀਂਦ ਨਹੀਂ ਆਉਂਦੀ। ਔਰ ਇਹੋ ਵਿਛੋੜਾ ਸਹਿਆ ਨਾ ਜਾਏ। ਸਦਾ ਵਿਛੋੜੇ ਵਿੱਚ ਜਾਗਦਿਆਂ ਹੀ ਸਮਾਂ ਗੁਜ਼ਰਦਾ ਹੈ। ਜਾਂ ਪਲ ਮਾਤਰ ਦੀ ਸਮਾਧੀ ਰੂਪ ਨੀਂਦ ਨਹੀਂ ਆਉਂਦੀ। ਸਦਾ ਪਤੀ ਪਰਮੇਸ਼ਰ ਦੇ ਦਰਸ਼ਨਾਂ ਦੀ ਪਿਆਸ ਵਿੱਚ ਮੈਂ ਜਾਗਦੀ ਰਹਿੰਦੀ ਹਾਂ। ਜਾਂ ਹੁਣ ਮੇਰਾ ਮਨ ਗਿਆਨ ਰੂਪ ਅਵਸਥਾ ਵਿੱਚ ਜਾਗ ਪਿਆ। ਇਸੇ ਕਰਕੇ ਅਵਿਦਿਆ ਰੂਪ ਨੀਂਦ ਪਲਕ ਮਾਤਰ ਵੀ ਨਹੀਂ ਆਉਂਦੀ। ਹਾਰ ਕੱਜਰ ਬਸਤਰ ਅਨਕ ਸਿੰਗਾਰ ਰੇ। ਹੇ ਮਹਾਤਮਾ ਰੂਪ ਸਖੀ, ਹਰ ਹਰ ਹਾਰ ਕੰਠ ਲਈ ਪਹਿਰੇ, ਦਾਮੋਦਰ ਦੰਤ ਲਈ। ਜੋ ਹਰ ਹਰ ਕਰਨ ਰੂਪ ਇਹ ਹਾਰ ਪਹਿਨਿਆ ਹੈ। ਦਾਮੋਦਰ ਕਰਨ ਰੂਪ ਦੰਦਾਂ ਤੇ ਦੰਦਾਸਾ ਮਲਿਆ ਹੈ। ਤਰਾਟਕ ਸਾਧਨ ਰੂਪ ਜਾਂ ਸ਼ਾਸਤਰ ਗਿਆਨ ਰੂਪ ਸਖੀ ਕਾਜਲ ਹਾਰ ਤੰਬੂਲ ਸਭੇ ਕੀ ਸਾਜਿਆ। ਸੋ ਸੁਰਮਾ ਪਾਉਣਾ ਦਿਖਾਵੇ ਮਾਤਰ ਵੈਰਾਗ। ਵਿਵੇਕ ਰੂਪੀ ਵਸਤਰ ਪਹਿਨਣੇ ਜਾਂ ਇੰਦਰੀਆਂ ਦਾ ਦਮਨ ਕਰਨ ਰੂਪ ਵਸਤਰ ਪਹਿਨਣੇ। ਅਨੇਕ ਪ੍ਰਕਾਰ ਦੇ ਪ੍ਰਾਣਾਯਾਮ ਆਦਿਕ ਸਾਧਨ ਰੂਪ ਸ਼ਿੰਗਾਰ ਕਰਨੇ ਨੇ। ਦਿਨ ਪਿਰ ਸਭ ਬਿਖ ਲਾਗਿਓ। ਪਤੀ ਪਰਮੇਸ਼ਰ ਦੀ ਪ੍ਰਾਪਤੀ ਤੋਂ ਬਿਨਾਂ ਇਹ ਸਾਰੇ ਜ਼ਹਿਰ ਵਾਂਗ ਦੁਖਦਾਇਕ ਲੱਗਦੇ ਹਨ। ਪੁੱਛੋ ਦੀਨ ਭਾਂਤ ਕਰ। ਮੈਂ ਗਰੀਬਾਂ ਦੀ ਤਰ੍ਹਾਂ ਆਪਣੇ ਆਪ ਨੂੰ ਬਣਾ ਕੇ ਪਤੀ ਪਰਮੇਸ਼ਰ ਦੀ ਪ੍ਰਾਪਤੀ ਦੀ ਪੁੱਛ ਨੂੰ ਪੁੱਛਦੀ ਹਾਂ। ਜਾਂ ਕਦੇ ਕਿਸੇ ਨੂੰ ਪੁੱਛਦੀ ਹਾਂ, ਕਦੇ ਕਿਸੇ ਨੂੰ ਪੁੱਛਦੀ ਹਾਂ।
ਅਤੇ ਕੋ ਕਹੈ ਪ੍ਰਯਦੇ ਸੰਗਿਓ। ਪਿਆਰੇ ਪਤੀ ਪਰਮੇਸ਼ਰ ਦਾ ਸੁਨੇਹਾ ਜੇ ਕੋਈ ਮੈਨੂੰ ਕਹਿ ਦੇਵੇ ਜਾਂ ਕੋਈ ਮੈਨੂੰ ਕਹਿ ਦੇਵੇ, ਦੱਸ ਦੇਵੇ ਕਿ ਪਿਆਰਾ ਪਤੀ ਪਰਮੇਸ਼ਰ ਕਿਹੜੇ ਦੇਸ਼ ਗਿਆ ਪ੍ਰਾਪਤ ਹੁੰਦਾ ਹੈ, ਕਿਸ ਦੇਸ਼ ਵਿੱਚ ਆ ਰਿਹਾ, ਕਿਸ ਹਿਰਦੇ ਰੂਪ ਦੇਸ਼ ਵਿੱਚੋਂ ਉਹ ਪ੍ਰਾਪਤ ਹੋ ਰਿਹਾ ਹੈ। ਇਹ ਜਗਿਆਸੂ ਰੂਪ ਸਖੀ, ਜੇ ਤੈਨੂੰ ਪਤੀ ਦੀ ਪ੍ਰਾਪਤੀ ਦਾ ਉਪਦੇਸ਼ ਦੇ ਦਈਏ ਤਾਂ ਤੂੰ ਕੀ ਦੇਵੇਂਗੀ? ਤਾਂ ਪਿਆਰ ਦੇ ਵਿੱਚ ਉਤਰ ਦਿੰਦੀ ਹੈ। ਹਿਉ ਦਿਉ ਸਭ ਮਨ ਤਨ ਅਰਪੋ। ਇਹ ਮਹਾਤਮਾ ਰੂਪ ਸਖੀ, ਮੈਂ ਪਿਆਰੇ ਦੀ ਪ੍ਰਾਪਤੀ ਦਾ ਦੇਸ਼ ਦੱਸਣ ਵਾਲੇ ਦੇ ਅੱਗੇ ਆਪਣਾ ਹਿਰਦਾ ਭੇਟਾ ਕਰ ਦੇਵਾਂਗੀ ਅਤੇ ਸਾਰੇ ਮਨ ਦੇ ਸੰਸਕਾਰ ਵੀ ਭੇਟਾ ਕਰ ਦੇਵਾਂਗੀ। ਜੋ ਮਨ ਦੀ ਮਤ ਛੱਡਣੀ ਹੈ, ਇਹ ਮਨ ਭੇਟਾ ਕਰਨਾ ਹੈ। ਜੋ ਸਰੀਰ ਵੀ ਸੇਵਾ ਦੇ ਵਿੱਚ ਅਰਪ ਦੇਵਾਂਗੀ। ਸੀਸ ਚਰਨ ਪਰ ਰਾਖਿਓ। ਅਤੇ ਆਪਣਾ ਸਿਰ ਵੀ ਉਸ ਪਿਆਰੇ ਦੇ ਚਰਨਾਂ ਉੱਤੇ ਰੱਖਣਾ ਕਰਾਂਗੀ। ਤਨ ਮਨ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਦਰਸ਼ਨ ਹਰ ਦੇਖਣ ਕੇ ਤਾਈ, ਕਿਰਪਾ ਕਰੇ ਤਾਂ ਸਤਿਗੁਰ ਮਿਲੈ। ਹਰ ਹਰ ਨਾਮ ਤੇ ਆਈ। ਸੀਸ ਵੱਡੇ ਕਰ ਬੈਸਣ ਦੀਜੈ, ਬਿਨ ਸਿਰ ਸੇਵ ਕਰੀਜੈ। ਚਰਨ ਬੰਦਨ ਮੂਲ ਦਾਸਰੋ। ਮੈਂ ਉਸ ਦੇ ਚਰਨਾਂ ਦੇ ਨਮਸਕਾਰ ਕਰਾਂਗੀ ਅਤੇ ਮੁੱਲ ਤੋਂ ਰਹਿਤ ਬੈ ਖਰੀਦ ਬਣੇ ਤੋਂ ਬਗੈਰ ਸੇਵਕ ਬਣ ਕੇ ਰਹਾਂਗੀ। ਦਿਓ ਸਾਧ ਸੰਗਤ ਅਰਦਾਗਿਓ। ਅਤੇ ਉਸ ਦੇ ਅੱਗੇ ਇਹੀ ਅਰਦਾਸ ਕਰਾਂਗੀ ਕਿ ਮੈਨੂੰ ਸਾਧ ਸੰਗਤ ਦੁਆਰਾ ਪਤੀ ਪਰਮੇਸ਼ਰ ਦੀ ਪ੍ਰਾਪਤੀ ਕਰਾ ਦਿਓ ਜੀ। ਐਸੀ ਸਾਧ ਸੰਗਤ ਬਖਸ਼ ਦੇਣਾ ਕਰੋ ਜਿਸ ਦੁਆਰਾ ਨਾਮ ਜਪ ਕੇ ਕਾਮ ਕ੍ਰੋਧ ਰੂਪੀ ਅਰ ਜਿਹੜੇ ਦੁਸ਼ਮਣ ਨੇ ਇਹ ਦਾਗਿਓ ਦਾਗੇ ਜਾਣ, ਸਾੜੇ ਜਾਣ। ਐਸੇ ਕੌਣ ਪ੍ਰੇਮੀ ਨੇ? ਉਹ ਗੁਰੂ ਸਾਹਿਬ ਖੁਦ ਆਪ ਹੀ ਨੇ, ਜਿਹੜੇ ਆਏ ਹੋਈ ਪ੍ਰਭੂ ਦੇ ਨਾਲ ਮਿਲਾਉਣ ਵਾਸਤੇ ਹਨ। ਮਹਲਾ ਪੰਜਵਾ। ਜੈਸਾ ਸਤਿਗੁਰ ਸੁਣੀਂਦਾ, ਤੈਸੋ ਹੀ ਮੈਂ ਡੀਠ। ਵਿਛੜਿਆ ਮੇਲੇ ਪ੍ਰਭੂ, ਹਰ ਦਰਗਹਿ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਈਂਦਾ, ਕਟੇ ਹਉਮੈ ਰੋਗ। ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨਾ ਧੁਰੇ ਪਿਆ ਸੰਜੋਗ। ਕਰਹੁ ਕਿਰਪਾ ਮੋਹਿ ਪ੍ਰਭੂ ਮਿਲਾਵਹੁ। ਮੈਂ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕਰਾਂਗੀ ਕਿ ਮੇਰੇ ਤੇ ਮਿਹਰ ਦੀ ਦ੍ਰਿਸ਼ਟੀ ਕਰੋ ਜੀ। ਮੈਨੂੰ ਪਤੀ ਪਰਮੇਸ਼ਰ ਦੇ ਨਾਲ ਮਿਲਾਉਣਾ ਕਰੋ। ਨਿਮਖ ਦਰਸ ਪੇਖਾਗਿਓ। ਅਤੇ ਅੱਖ ਦੇ ਝਮਕਣ ਜਿੰਨੇ ਸਮੇਂ ਜਿੰਨਾ ਇੱਕ ਵਾਰ ਦਰਸ਼ਨ ਮੈਨੂੰ ਵਿਖਾ ਦੇਣਾ ਕਰੋ ਜੀ। ਜੋ ਪਰਮੇਸ਼ਰ ਗਿਆ ਹੋਇਆ ਹੈ, ਭਾਵ ਆ ਸਾਖਿਆਤਕਾਰ ਹੈ, ਉਸ ਦੀ ਸਖਿਆਤਾ ਵਾਸਤੇ ਮੈਨੂੰ ਇੱਕ ਛਿਨ ਮਾਤਰ ਵੀ ਦਰਸ਼ਨ ਦਿਖਾ ਦੇਣਾ ਕਰੋ ਜੀ। ਇੱਕ ਭੋਰੀ ਦਰਸ਼ਨ ਦੀਜੈ, ਬਹੁਤਾ ਸਮਾਂ ਨਹੀਂ ਤਾਂ ਪੂਰਾ ਮਾਤਰ ਮੈਨੂੰ ਦਰਸ਼ਨ ਦਿਖਾ ਦੇਵੋ ਜੀ। ਦ੍ਰਿਸ਼ਟ ਪਈ ਤਬ ਭੀਤਰ ਆਇਓ। ਜਦ ਪੂਰੇ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦ੍ਰਿਸ਼ਟੀ ਹੋਈ, ਜਾਂ ਜਦ ਗੁਰੂ ਦੁਆਰਾ ਬ੍ਰਹਮ ਗਿਆਨ ਦੀ ਪ੍ਰਾਪਤੀ ਵਾਲੀ ਦ੍ਰਿਸ਼ਟੀ ਹੋਈ, ਤਦ ਮੇਰੇ ਅੰਤःਕਰਨ ਦੇ ਅੰਦਰ ਪਤੀ ਪਰਮੇਸ਼ਰ ਆ ਗਿਆ, ਆ ਕੇ ਸਾਖਿਆਤਕਾਰ ਹੋ ਗਿਆ। ਮੇਰ
ਮੇਰਾ ਮਨ ਅਣਦਨ ਸੀਤ ਲਾਗਿਓ। ਅਤੇ ਮੇਰਾ ਜੋ ਮਨ ਚਿੱਤ ਕ੍ਰੋਧ ਈਰਖਾ ਦੀ ਤਪਸ਼ ਤੋਂ ਰਹਿਤ ਹੋ ਕੇ ਦਿਨੇ ਰਾਤ ਸੀਤਲਤਾ ਦੇ ਵਿੱਚ ਆ ਗਿਆ। ਭਾਵ ਜੋ ਮਨ ਵਿਛੋੜੇ ਕਰਕੇ ਤਪਦਾ ਸੀ ਉਹ ਪਤੀ ਪਰਮੇਸ਼ਰ ਦੇ ਮਿਲਾਪ ਕਰਕੇ ਸੀਤਲਤਾ ਦੇ ਵਿੱਚ ਆ ਗਿਆ। ਕਾਹੁ ਨਾਨਕ ਰਸ ਮੰਗਲ ਗਾਏ। ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਥਨ ਕਰਦੇ ਨੇ ਕਿ ਜਦ ਰਸ ਪ੍ਰੇਮ ਦੇ ਨਾਲ ਪਤੀ ਪਰਮੇਸ਼ਰ ਦੇ ਜਸ ਨੂੰ ਗਾਉਣਾ ਕੀਤਾ, ਸ਼ਬਦ ਅਨਾਹਦ ਬਾਜਿਓ। ਤਦ ਗੁਰਾਂ ਦਾ ਉਪਦੇਸ਼ ਇੱਕ ਰਸ ਅੰਦਰ ਵੱਜ ਆਇਆ ਜਾਂ ਹੱਦ ਤੋਂ ਰਹਿਤ ਸ਼ਬਦ ਬ੍ਰਹਮ ਗੁਰੂ ਉਪਦੇਸ਼ ਦੁਆਰਾ ਹਿਰਦੇ ਵਿੱਚ ਬਾਜਿਓ ਪ੍ਰਗਟ ਹੋ ਆਇਆ ਹੈ। ਸਾਰਗ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਾਰੰਗ ਰਾਗ ਵਿੱਚ ਸ਼ੋਭਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਮਾਈ ਇਹ ਮਾਤਾ ਪਿਤਾ ਰੂਪ ਸੰਤ ਜਨੋ ਸਤ 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 ਹਰ। ਪਰਮੇਸ਼ਰ ਪਿੱਛੇ ਭੂਤ ਕਾਲ ਵਿੱਚ ਵੀ ਸੱਚ ਸਰੂਪ ਸੀ, ਹੁਣ ਵਰਤਮਾਨ ਸਮੇਂ ਵਿੱਚ ਵੀ ਸੱਚ ਸਰੂਪ ਹੈ ਅਤੇ ਅੱਗੇ ਭਵਿੱਖਤ ਕਾਲ ਵਿੱਚ ਵੀ ਹਰੀ ਪਰਮੇਸ਼ਰ ਸੱਚ ਸਰੂਪ ਹੋਵੇਗਾ। ਸਤ 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 ਸਾਧਾ। ਅਤੇ ਪਰਮੇਸ਼ਰ ਦਾ ਨਾਮ ਜਪਣ ਵਾਲੀ ਮਹਾਤਮਾ ਜਨਮੀ ਪਿੱਛੇ ਸੱਤ ਸਨ, ਹੁਣ ਸੱਤ ਨੇ। ਪਰ ਅੱਗੇ ਨੂੰ ਵੀ ਪਰਮੇਸ਼ਰ ਦਾ ਨਾਮ ਜਪਣ ਵਾਲੇ ਜੋ ਸਾਧੂ ਮਹਾਤਮਾ ਜਨ ਨੇ ਉਹ ਸੱਚ ਸਰੂਪ ਹੋਣਗੇ। ਇਸੇ ਪ੍ਰਕਾਰ ਮਾਈ ਇਹ ਮਾਤਾ ਪਿਤਾ ਦੀ ਨਿਆਈ ਪਾਲਣਾ ਕਰਨ ਵਾਲੇ ਸਤ 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 ਹਰ। ਸੱਚ ਸਰੂਪ ਹਰੀ ਪਰਮੇਸ਼ਰ ਤੂੰ ਸਾਰਿਆਂ ਵਿੱਚ ਸੱਤਾ ਮਾਤਰ ਹੋ ਕੇ ਵਰਤ ਰਿਹਾ ਹੈ। ਸਤ 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 ਸਾਧਾ। ਜਿਨ੍ਹਾਂ ਨੇ ਸੱਚੇ ਸਤਿਗੁਰਾਂ ਦੇ ਉਪਦੇਸ਼ ਦੇ ਨਿਸ਼ਚਾ ਕਰਕੇ ਤੇਰੇ ਸੱਚੇ ਨਾਮ ਨੂੰ ਜਪਿਆ, ਉਹ ਜੋ ਮਹਾਤਮਾ ਜਨ ਸਤ ਨਿਸ਼ਚੈ ਕਰਕੇ ਤੇਰੇ ਸੱਚ ਸਰੂਪ ਦੀ ਸਖਿਆਤਤਾ ਕਰਕੇ ਸੱਚ ਸਰੂਪ ਹੀ ਹੋ ਗਏ ਹਨ। ਬਚਨ ਗੁਰੂ ਜੋ ਪੂਰਾ ਕਹਿਓ। ਜੋ ਪੂਰਨ ਗੁਰੂ ਸਾਹਿਬ ਨੇ ਉਪਦੇਸ਼ ਮੈਨੂੰ ਕਿਹਾ ਦੱਸਿਆ ਹੈ। ਮੈਂ ਛੀਕ ਗਾਠਰੀ ਬਾਧਾ। ਉਹ ਮੈਂ ਖਿੱਚ ਕੇ ਘੁੱਟ ਕੇ ਬੁੱਧੀ ਰੂਪ ਗਠੜੀ ਦੇ ਵਿੱਚ ਸ਼ਰਧਾ ਰੂਪੀ ਗੰਢ ਦੇ ਕੇ ਬੰਨ੍ਹ ਲਿਆ ਹੈ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਨਿਸ ਬਾਸੁਰ ਨਖਿਅਤਰ ਬਿਨਾਸੀ। ਰਾਤ ਦਿਨ ਤਾਰੀ ਆਦਿਕ ਸਭ ਨਾਸ਼ ਹੋ ਜਾਣਗੇ। ਰਾਵ ਸਸਿਆਰ ਬੇਨਾਧਾ। ਤਿਰੁਧਾਨ ਹੋ ਜਾਣਗੇ। ਸੂਰਜ ਚੰਦਰਮਾ ਆਦਿਕ ਵੀ ਅਧਿਕਤਾ ਕਰਕੇ ਵਿਨਾਸ਼ ਹੋ ਜਾਣਗੇ। ਗਿਰ ਵਸੁਧਾ ਜਲ ਪਵਨ ਜਾਏਗੋ। ਪਹਾੜ ਧਰਤੀ ਪਾਣੀ ਹਵਾ ਆਦਿਕ ਸਭ ਆਪੋ ਆਪਣੇ ਸਮੇਂ ਦੇ ਅਨੁਸਾਰ ਚਲੇ ਜਾਣਗੇ। ਏਕਾ ਸਾਧ ਬਚਨ ਅਟਲਾਧਾ। ਕੇਵਲ ਇੱਕ ਸ੍ਰੇਸ਼ਟ ਸਤਿਗੁਰਾਂ ਦਾ ਉਪਦੇਸ਼ ਸੰਤ ਜਨਾਂ ਦਾ ਬਚਨ ਅਟਲ ਰਹੇਗਾ। ਭਾਵ ਗੁਰਾਂ ਜਾਂ ਸੰਤ ਜਨਾਂ ਦਾ ਦੱਸਿਆ ਬਚਨ ਕਿ ਪਰਮੇਸ਼ਰ ਸੱਚ ਸਰੂਪ ਹੈ, ਇਹ ਅਟਲ ਰਹੇਗਾ। ਅੰਡ ਬਿਨਾਸੀ ਜੀਰ ਬਿਨਾਸੀ। ਅੰਡੇ ਤੋਂ ਪੈਦਾ ਹੋਣ ਵਾਲੀਆਂ ਖਾਣੀਆਂ ਕਾਂ ਕਬੂਤਰ ਆਦਿਕ ਇਹ ਜੂਨਾਂ ਵੀ ਨਾਸ਼ ਹੋ ਜਾਣਗੀਆਂ। ਜੀਰਜ ਖਾਣੀ
ਜੋ ਪਸ਼ੂ ਅਤੇ ਮਨੁੱਖ ਆਦਿਕ ਇਹ ਜੂਨਾਂ ਇਹ ਵੀ ਨਾਸ਼ ਹੋ ਜਾਣਗੀਆਂ। ਉਤ ਭੁਜ ਸੇਤ ਬਿਨਾਧਾ ਪੁੱਤ ਭੁਜ ਪੁੱਤਾਂ ਨੂੰ ਭੁਜਾ ਕਰਕੇ ਸਿਰ ਠਾਂ ਤੇ ਲੱਤਾਂ ਤੇ ਬਾਹਾਂ ਹੱਥਾਂ ਜਿਹੜੇ ਦਰਖਤ ਨੇ ਉਹਨਾਂ ਦਾ ਮੋਢੇ ਹੇਠਾਂ ਹੁੰਦਾ, ਟਾਹਣੀਆਂ ਉੱਪਰ ਹੁੰਦੀਆਂ, ਐਸੀਆਂ ਉਤ ਭੁਜ ਬਨਸਪਤੀ ਜਿਹੜੀ ਖਾਣੀ ਹੈ ਅਤੇ ਸੇਤਜ ਖਾਣੀ ਜੂਆਂ ਤੇ ਚਿਚੜ ਆਦਿਕ ਇਹ ਵੀ ਬਿਨਾਦਾ ਨਾਸ਼ ਹੋ ਜਾਣਗੀਆਂ। ਚਾਰ ਬਿਨਾਸੀ ਖਟਹ ਬਿਨਾਸੀ ਚਾਰ ਵੇਦ ਚਾਰ ਵਰਨ ਨਾਸ਼ ਹੋ ਜਾਣਗੇ। ਖੜ ਸ਼ਾਸਤਰ ਛੇ ਦਰਸ਼ਨ ਭੇਖ ਵੀ ਨਾਸ਼ ਹੋ ਜਾਣਗੇ। ਇਕ ਸਾਧ ਬਚਨ ਨਿਹਚ ਲਾਧਾ ਇੱਕ ਸ੍ਰੇਸ਼ਟ ਗੁਰਾਂ ਦਾ ਜਾਂ ਸੰਤ ਜਨਾਂ ਦਾ ਕਥਨ ਕੀਤਾ ਬਚਨ ਕਿ ਪਰਮੇਸ਼ਰ ਸੱਚ ਸਰੂਪ ਹੈ। ਇਹ ਅਦਗਤਾ ਕਰਕੇ ਨਿਹਚ ਲਾਧਾ ਅਚਲ ਰਹੇਗਾ। ਰਾਜ ਬਿਨਾਸੀ ਤਾਮ ਬਿਨਾਸੀ ਰਜੋ ਗੁਣ ਜਾਂ ਰਜੋ ਗੁਣੀ ਬ੍ਰਹਮਾ ਵੀ ਨਾਸ਼ ਹੋ ਜਾਵੇਗਾ। ਤਮੋ ਗੁਣ ਜਾਂ ਤਮੋ ਗੁਣੀ ਸ਼ਿਵ ਜੀ ਵੀ ਨਾਸ਼ ਹੋ ਜਾਵੇਗਾ। ਸਾਗਤ ਭੀ ਬੇਨਾਧਾ ਸਾਤੁਕਾ ਭੀ ਬੇਨਾਦਾ ਸਤੋ ਗੁਣ ਜਾਂ ਸਤੋ ਗੁਣੀ ਵਿਸ਼ਨੂੰ ਵੀ ਬੇਨਾਦਾ ਨਾਸ਼ ਹੋ ਜਾਵੇਗਾ। ਦ੍ਰਿਸ਼ਟਮਾਨ ਹੈ ਸਗਲ ਬਿਨਾਸੀ ਜੋ ਕੁਝ ਦਿਸਣ ਦੇ ਵਿਚਾਰੀ ਹੈ ਇਹ ਸਾਰਾ ਕੁਝ ਨਾਸ਼ ਹੋ ਜਾਵੇਗਾ। ਇਕ ਸਾਧ ਬਚਨ ਆਗਾਧਾ ਇੱਕ ਸ੍ਰੇਸ਼ਟ ਗੁਰਾਂ ਦਾ ਜਾਂ ਸੰਤ ਜਨਾਂ ਦਾ ਦੱਸਿਆ ਬਚਨ ਕਿ ਪਰਮੇਸ਼ਰ ਸੱਚ ਸਰੂਪ ਹੈ। ਇਹ ਅਥਾਹ ਰਹੇਗਾ, ਇਹ ਡੂੰਘਾ ਭਾਵ ਸਦਾ ਹੀ ਕਾਇਮ ਰਹੇਗਾ। ਆਪੇ ਆਪ ਆਪ ਹੀ ਆਪੇ ਪਰਮੇਸ਼ਰ ਆਪ ਹੀ ਨਿਰਗੁਣ ਸਰੂਪ ਹੈ, ਆਪ ਹੀ ਸਰਗੁਣ ਸਰੂਪ ਹੈ, ਆਪ ਹੀ ਈਸ਼ਰ ਰੂਪ ਹੈ, ਆਪੇ ਹੀ ਜੀਵ ਰੂਪ ਹੈ। ਸਭ ਆਪਨ ਖੇਲ ਦਿਖਾਧਾ ਉਸਨੇ ਸਾਰਾ ਸੰਸਾਰ ਰਚ ਕੇ ਇੱਕ ਆਪਣਾ ਖੇਲ ਤਮਾਸ਼ਾ ਦਿਖਾਉਣਾ ਕੀਤਾ ਹੈ ਜਾਂ ਆਪਣਾ ਰਚਿਆ ਸਾਰਾ ਖੇਲ ਆਪ ਵੀ ਅਦਗਤਾ ਦੇ ਨਾਲ ਤਤ ਬੇਤਾ ਰੂਪ ਹੋ ਕੇ ਦੇਖਣ ਵਾਲਾ ਹੈ ਅਤੇ ਆਪ ਹੀ ਗੁਰੂ ਰੂਪ ਹੋ ਕੇ ਦਿਖਾਉਣ ਵਾਲਾ ਹੈ। ਪਾਇਓ ਨਾ ਜਾਈ ਕਹੀਂ ਪਾਤਰੇ ਅਰੇ ਹੇ ਭਾਈ ਹੋਰ ਕਿਸੇ ਵੀ ਭਾਂਤ ਤਰੀਕੇ ਦੇ ਨਾਲ ਪਰਮੇਸ਼ਰ ਪਾਇਆ ਨਹੀਂ ਜਾਂਦਾ। ਪ੍ਰਭ ਨਾਨਕ ਗੁਰ ਮਿਲ ਲਾਧਾ ਸਤਿਗੁਰੂ ਜੀ ਕਥਨ ਕਰਦੇ ਨੇ ਕਿ ਉਹ ਪਰਮੇਸ਼ਰ ਗੁਰੂ ਸਾਹਿਬ ਜੀ ਦੇ ਨਾਲ ਮਿਲ ਕੇ ਹੀ ਲੱਭਦਾ ਪ੍ਰਾਪਤ ਹੁੰਦਾ ਹੈ। ਇਹ ਗੁਰਾਂ ਜਾਂ ਮਹਾਤਮਾ ਜਨਾਂ ਦਾ ਬਚਨ ਅਚਲ ਰਹੇਗਾ। ਸਾਰਗ ਮਹਲਾ ਪੰਜਵਾ ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਾਰੰਗ ਰਾਗ ਵਿੱਚ ਸ਼ੋਭਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਮੇਰਾ ਮਨ ਮੇਰੇ ਭਾਈ ਮੇਰੇ ਮਨ ਦੇ ਵਿੱਚ ਮੇਰੇ ਚਿੱਤ ਦੇ ਵਿੱਚ ਬਾਸਬੋ ਗੁਰ ਗੋਬਿੰਦ ਗੁਰੂ ਗੋਬਿੰਦ ਸਿੰਘ ਜੀ ਵਸੇ ਹੋਏ ਨੇ ਜਿਨ੍ਹਾਂ ਦੇ ਆਦਿਨ ਪ੍ਰਾਰੰਭ ਹੋ ਰਹੇ ਹਨ। 5 ਤੇ 6 ਪੋਹ ਦੀ ਦਰਮਿਆਨੀ ਰਾਤ ਨੂੰ ਗੁਰੂ ਸਾਹਿਬ ਜੀ ਨੇ ਕਿਲਾ ਛੱਡਿਆ ਸੀਗਾ। ਇਉਂ 7 ਪੋਹ ਤੇ ਸਰਸਾ ਤੇ ਵਿਛੋੜਾ ਹੋਇਆ ਤੇ 8 ਦੇ 9 ਪੋਹ ਨੂੰ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ।
ਵੱਡਿਆਂ ਦੀ ਚਮਕੌਰ ਦੇ ਵਿੱਚ, ਛੋਟਿਆਂ ਦੀ ਧੀਰਾਂ ਪੋਹ ਨੂੰ ਸਰਹੰਦ ਦੇ ਵਿੱਚ। ਐਸੇ ਗੁਰੂ ਗੋਬਿੰਦ ਸਿੰਘ ਜੀ, ਉਹਨਾਂ ਦੇ ਸਾਹਿਬਜ਼ਾਦੇ, ਉਹਨਾਂ ਦੀਆਂ ਕੁਰਬਾਨੀਆਂ ਮੇਰੇ ਮਨ ਦੇ ਵਿੱਚ ਵਸੀਆਂ ਹੋਈਆਂ ਹਨ। ਇਹੀ ਭਾਈ ਗੁਰੂ ਪਰਮੇਸ਼ਰ ਨੇ ਮੇਰੇ ਮਨ ਦੇ ਵਿੱਚ ਵਸਣਾ ਕੀਤਾ, ਵਿਸ਼ੇਸ਼ ਕਰਕੇ ਵਸਣਾ ਕੀਤਾ ਹੈ। ਜਹਾਂ ਸਿਮਰਨ ਪਇਓ ਹੈ ਠਾਕੁਰ, ਜਿਸ ਅਸਥਾਨ ਦੇ ਮਾਲਕ ਪਰਮੇਸ਼ਰ ਦਾ ਭਜਨ ਹੋਇਆ ਹੈ। ਜੇ ਗੁਰਦੁਆਰੇ ਕਰਾਂਗੇ ਤਾਂ ਗੁਰਦੁਆਰਾ ਵਸਦਾ ਰਸਦਾ, ਵੇਖੋ ਰੌਣਕਾਂ ਲੱਗੀਆਂ ਹੋਈਆਂ ਨੇ। ਜੇ ਘਰ ਦੇ ਵਿੱਚ ਵੀ ਕਰਨ ਲੱਗ ਪਾਂਗੇ, ਘਰ ਵੀ ਵਸਦਾ ਰਸਦਾ ਚੜ੍ਹਦੀ ਕਲਾ ਵਾਲਾ ਹੋ ਜਾਏਗਾ। ਤਹਾਂ ਨਗਰ ਸੁਖ ਆਨੰਦ, ਜਿੱਥੇ ਪਰਮੇਸ਼ਰ ਦਾ ਭਜਨ ਹੋਇਆ ਉਸ ਪ੍ਰਤੱਖ ਨਗਰ ਵਿੱਚ ਸਦਾ ਸੁਖ ਅਤੇ ਆਨੰਦ ਬਣਿਆ ਰਹਿੰਦਾ ਹੈ। ਜਾਂ ਜਿਸ ਦੇ ਹਿਰਦੇ ਰੂਪ ਸਥਾਨ ਵਿੱਚ ਪਰਮੇਸ਼ਰ ਦਾ ਭਜਨ ਹੋ ਰਿਹਾ ਹੈ, ਉਸ ਦੇ ਹਿਰਦੇ ਰੂਪ ਨਗਰ ਦੇ ਵਿੱਚ ਸੁਖ ਸਰੂਪ ਦੀ ਪ੍ਰਾਪਤੀ ਦਾ ਆਨੰਦ ਬਣਿਆ ਰਹਿੰਦਾ ਹੈ। ਉਹ ਹਿਰਦੇ ਰੂਪੀ ਨਗਰ ਸੁਖ ਦੇ ਸਹਿਤ ਆਨੰਦ ਸਰੂਪ ਦੀ ਪ੍ਰਾਪਤੀ ਵਾਲਾ ਹੈ। ਰਹਾਉ ਵਿਸ਼ਰਾਮ ਦੀ ਕਰ ਫੁਰਮਾਨ ਕਰਦੇ ਨੇ। ਜਹਾਂ ਬਿਸਰੈ ਠਾਕੁਰ ਪਿਆਰੋ, ਜਿਸ ਥਾਂ ਜਾਂ ਹਿਰਦੇ ਰੂਪੀ ਜਿਸ ਥਾਂ ਦੇ ਵਿੱਚ ਪਿਆਰਾ ਸੁਆਮੀ ਪਰਮੇਸ਼ਰ ਭੁੱਲ ਜਾਂਦਾ ਹੈ, ਤਹਾਂ ਦੁਖ ਸਭ ਆਪਦ, ਉੱਥੇ ਸਾਰੇ ਦੁੱਖ ਤੇ ਬਿਪਤਾ ਆ ਚੰਬੜਦੀ ਹੈ। ਜਹ ਗੁਣ ਗਾਏ ਆਨੰਦ ਮੰਗਲ ਰੂਪ, ਜਿੱਥੇ ਜਾਂ ਜਿਸ ਹਿਰਦੇ ਸਤਸੰਗਤ ਰੂਪ ਘਰ ਦੇ ਵਿੱਚ ਆਨੰਦ ਸੁਖ ਦੇਣ ਵਾਲੇ, ਮੰਗਲ ਖੁਸ਼ੀਆਂ ਦੇਣ ਵਾਲੇ ਸੁੰਦਰ ਸਰੂਪ ਪਰਮੇਸ਼ਰ ਦੇ ਗੁਣ ਗਾਇਨ ਕੀਤੇ ਜਾਂਦੇ ਹਨ, ਉਥੇ ਤਹਾਂ ਸਦਾ ਸੁਖ ਸੰਪਦ, ਉਥੇ ਹਮੇਸ਼ਾ ਹੀ ਸੁਖ ਬਣਿਆ ਰਹਿੰਦਾ ਹੈ ਅਤੇ ਸੰਪਦ ਵਿਭੂਤੀ ਆਦਿ ਦੀ ਪ੍ਰਾਪਤੀ ਹੋ ਜਾਂਦੀ ਹੈ। ਸੋ ਜਹ ਕੀਰਤਨ ਦੀ ਸਾਧੂ ਗਾਵੇ, ਤਹ ਮੇਰਾ ਮਨ ਲਾਗੇ। ਇਸੇ ਲਈ ਅਰਦਾਸ ਕੀਤੀ ਜਾਂਦੀ ਹੈ, ਇਹ ਮਹਾਰਾਜ ਜਿੱਥੇ ਤੇਰੇ ਸਾਧੂ ਬੈਠ ਕੇ ਕੀਰਤਨ ਕਰਦੇ ਹੋਣ, ਮੇਰਾ ਮਨ ਉੱਥੇ ਲਾਵੇਂ, ਕਿਉਂਕਿ ਤਾਹਾਂ ਬੈਕੁੰਠ ਜਹ ਕੀਰਤਨ ਤੇਰਾ, ਉਹੀ ਬੈਕੁੰਠ ਲੋਕ ਹੈ ਜਿੱਥੇ ਤੇਰਾ ਕੀਰਤਨ ਹੋ ਰਿਹਾ। ਤੂੰ ਆਪੇ ਸ਼ਰਧਾ ਲਾਏ ਹੈ, ਤੂੰ ਆਪ ਹੀ ਉੱਥੇ ਸ਼ਰਧਾ ਲਾਉਂਦਾ ਹੈ। हे ਮਹਾਰਾਜ, ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ, ਕੋਈ ਸੇਵਨ ਸਮਰਿਥ ਆਪਣਾ ਬਿਨਸੈ ਸਭ ਮੰਦਾ। ਜਿੱਥੇ ਤੇਰੇ ਸਾਧੂ ਬੈਠ ਕੇ ਭਜਨ ਕਰਦੇ ਨੇ, ਉਜੜ ਤੇ ਹੋ ਵਸਾਇਓ। ਜੇ ਉਜਾੜ ਵਾਲਾ ਥੇ ਵੀ ਹੋਵੇ, ਉਹ ਵੀ ਵਸ ਜਾਂਦਾ ਹੈ। ਕਬੀਰ ਜਾ ਘਰ ਸਾਧਨਾ ਸੇਵੀਆ ਹੈ, ਹਰ ਕੀ ਸੇਵਾ ਨਾਹੇ, ਤੀ ਕਰ ਮਰਹਟ ਸਾਰ ਕੇ ਉਦ ਬਸੈ ਤਨ ਮਾਹੇ। ਜਿਹੜੇ ਵਸਦੇ ਘਰ ਇਲਾਕੇ, ਜੇ ਸਾਧੂ ਸੰਤਾਂ ਦੀ ਸੇਵਾ ਨਹੀਂ ਤਾਂ ਉਜੜ ਜਾਂਦੇ ਨੇ। ਜਿਵੇਂ ਮਤੀ ਕੀ ਸਰਾਮ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪਿਤਾ ਬਾਬੇ ਫੇਰੂ ਮੱਲ ਦੇ, ਸੋ ਬਾਬਾ ਫੇਰੂ ਮੱਲ ਜੋ ਮੁਨਸ਼ੀ ਦੀ ਨੌਕਰੀ ਕਰਦੇ ਸੀ ਤਖਤੂ ਮੱਲ ਦੇ ਕੋਲ, ਉਹਨੇ ਬਾਬਾ ਜੀ ਦੀ ਬੇਦਬੀ ਕੀਤੀ ਤੇ ਉਹ ਨਗਰ ਉਜੜ ਗਿਆ। ਯਮੁਨਾਬਾਦ ਦੇ ਵਿੱਚ ਭਾਈ ਮਰਦਾਨਾ ਤੇ ਸਾਧੂ ਸੰਤਾਂ ਨੂੰ ਧੱਕੇ ਵੱਜੇ ਤੇ ਗੁਰੂ ਜੀ ਨੇ ਉਹਨਾਂ ਦੀ ਉਜਾੜੀ ਬਾਰੇ ਬਚਨ ਕਰ ਦਿੱਤਾ। ਉਹ ਫਿਰ ਸਾਰਾ ਹੀ ਉਜੜ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੱਦੀ ਪਿੰਡ ਪੱਠੇ ਪਿੰਡ ਸਰਿਆਲੀ ਦੇ ਸਾਹਮਣੇ, ਉਹਨਾਂ ਲੋਕਾਂ ਨੇ ਗੁਰੂ ਜੀ ਨੂੰ ਬੈਠਣ ਨਹੀਂ ਦਿੱਤਾ, ਭਾਵੇਂ ਮਹਾਰਾਜ ਦਾ ਆਪ ਦਾ ਜੱਦੀ ਘਰ ਸੀਗਾ। ਸਤਿਗੁਰੂ ਜੀ ਉੱਠ ਕੇ ਬਾਹਰ ਆ ਗਏ। ਜਿੱਥੇ ਬਾਹਰ ਬੈਠੇ ਉਹਦੇ ਗੁਰਦੁਆਰਾ ਬਣਿਆ ਹੋਇਆ, ਜਿੱਥੇ ਬੈਠਣ ਨਹੀਂ ਦਿੱਤਾ ਉੱਥੇ ਬਣੇ ਹੋਏ ਨੇ। ਉੱਥੇ ਕੋਈ ਵੀ ਘਰ ਨਹੀਂ ਹੈ, ਵਸਦਾ ਪਿੰਡ ਉਜੜ ਗਿਆ।
ਤੇ ਜਿੱਥੇ ਮਹਾਰਾਜ ਨੇ ਚੌਂਕੜਾ ਮਾਰਿਆ ਪੈਲੀਆਂ ਵਿੱਚ, ਉੱਥੇ ਗੁਰਦੁਆਰਾ ਵੀ ਹੈ, 40-50 ਆਲੇ ਦੁਆਲੇ ਘਰ ਵੀ ਹਨ। ਇਹ ਚੋਹਲਾ ਸਾਹਿਬ ਦੇ ਨਜ਼ਦੀਕ 6ਵੇਂ ਪਾਤਸ਼ਾਹ ਵੀ ਮਹਾਰਾਜ ਉੱਥੇ ਗਏ ਨੇ। ਇਉਂ ਘਰ ਮੰਦਰ ਹਟ ਨਾਲੇ ਸੋਹੇ, ਜਿਸ ਵਿੱਚ ਨਾਮ ਨਿਵਾਸੀ ਰਾਮ। ਉਹ ਘਰ ਕੱਚੇ ਤੇ ਮੰਦਰ ਪੱਕੇ ਸੋਭਨੀਕ ਨੇ, ਜਿਹਦੇ ਵਿੱਚ ਨਾਮ ਦਾ ਨਿਵਾਸ ਹੈ, ਮਤਲਬ ਕਥਾ ਕੀਰਤਨ ਹੁੰਦਾ। ਉੱਥੇ ਸੋਨੇ ਦੇ ਕਲਸਾਂ ਵਾਲੇ ਸੰਗਮਰਮਰ ਨਾਲ ਮੜੇ ਹੋਏ ਗੁਰਦੁਆਰਾ ਸਾਹਿਬ ਉਸਰ ਜਾਂਦੇ ਨੇ। ਪੌੜੀ ਬਸਦਾ ਟੂਟੀ ਝੁੰਪੜੀ, ਚੀਰ ਸਭ ਛੰਨਾ, ਜਾਤ ਨਾ ਬਾਤ ਨਾ ਯਾਦਰੋ, ਉਦਿਆਨ ਪਰਮੰਨਾ। ਮਿੱਤਰ ਨਾਇਠ ਤਨ ਰੂਪਹੀਨ, ਕਿਛ ਸਾਗ ਨ ਸਿੰਨਾ। ਰਾਜਾ ਸਗਲੀ ਸ੍ਰਿਸ਼ਟ ਕਾ, ਹਰ ਨਾਮ ਮਨ ਭਿੰਨਾ। ਧੰਨ ਭਾਈ ਹੀਮਾ ਜੀ, ਜਿਨ੍ਹਾਂ ਦੀ ਝੌਂਪੜੀ ਦੇ ਵਿੱਚ ਸਤਿਗੁਰੂ ਅਰਜਨ ਦੇਵ ਜੀ, ਬਾਬਾ ਬਿਧੀ ਚੰਦ, ਭਾਈ ਜੇਠਾ ਆਦਿਕ ਗੁਰਸਿੱਖਾਂ ਸਮੇਤ ਸਤਿਗੁਰਾਂ ਨੇ ਚਰਨ ਪਾਏ। ਉੱਥੇ ਸੋਨੇ ਦੇ ਕਲਸ਼ ਲੱਗੇ ਨੇ, ਸੰਗਮਰਮਰ ਦੇ ਮੜੇ ਹੋਏ ਗੁਰਦੁਆਰਾ ਸਾਹਿਬ ਉਸਰੇ ਹੋਏ ਨੇ। ਤੇ ਜਿੱਥੇ ਪਠਾਣਾ ਨੇ, ਖਾਨ ਪਿੰਡ ਦਾ ਨਾਮ ਹੈ, ਛਾਪਰੀ ਸਾਹਿਬ ਗੁਰਦੁਆਰੇ ਦਾ ਨਾਮ ਹੈ। ਉਹ ਛਪਰੀ ਵਾਲੀ ਜਗ੍ਹਾ ਛਾਪਰੀ ਸਾਹਿਬ ਬਣਿਆ ਹੋਇਆ ਗੁਰਦੁਆਰਾ, ਆਲੇ ਦੁਆਲੇ ਪਿੰਡ ਹੈ, ਖਾਨਾ ਦਾ ਪਿੰਡ, ਉੱਥੇ ਥੇ ਪਏ ਨੇ। ਇੱਕ ਗੋਂਦਾ ਖੱਤਰੀ, ਉਹਨੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਮੈਂ ਸ਼ਰੀਕਾਂ ਦੇ ਨਾਲ ਝਗੜਾ ਨਿਬੇੜਨ ਲਈ ਝੂਠੀ ਸਹੁੰ ਖਾ ਕੇ ਤੇ ਜਗ੍ਹਾ ਦਾ ਕੇਸ ਜਿੱਤ ਲਿਆ। ਹੁਣ ਮਹਾਰਾਜ ਜਦ ਮੈਂ ਘਰ ਬਣਾਉਂਦਾ ਤਾਂ ਜਿਹੜੇ ਭੂਤ ਪ੍ਰੇਤ ਨੇ ਉਹ ਘਰਾਂ ਨੂੰ ਰਾਤ ਨੂੰ ਢਾਹ ਦਿੰਦੇ ਨੇ, ਮੈਨੂੰ ਘਰ ਨਹੀਂ ਬਣਾਉਣ ਦਿੰਦੇ, ਨਾ ਕਿਸੇ ਹੋਰ ਨੂੰ ਬਣਾਉਣ ਦਿੰਦੇ ਨੇ। ਤੁਸੀਂ ਕਿਰਪਾ ਕਰੋ, ਆਪਦੇ ਚਰਨ ਉੱਥੇ ਪਾਓ ਤਾਂ ਕਿ ਜਗ੍ਹਾ ਪਵਿੱਤਰ ਹੋਵੇ ਤੇ ਨਗਰ ਵਸੇ। ਸਤਿਗੁਰੂ ਜੀ ਕਹਿੰਦੇ, ਭਾਈ ਅਸੀਂ ਇੱਥੇ ਹੀ ਸੁਖੀ ਹਾਂ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀਆਂ ਸੰਗਤਾਂ ਇੱਥੇ ਆਉਂਦੀਆਂ ਨੇ, ਆਪਾਂ ਸੇਵਾ ਕਰਦੇ ਹਾਂ, ਆਪਾਂ ਤਾਂ ਨਹੀਂ ਜਾਣਾ। ਫਿਰ ਉਹਨੇ ਆਖਿਆ, ਜੀ ਕੋਈ ਆਪ ਦਾ ਸੇਵਕ, ਕੋਈ ਸਾਹਿਬਜ਼ਾਦਾ ਭੇਜ ਦਿਓ। ਸਤਿਗੁਰੂ ਜੀ ਨੇ ਬਾਬਾ ਦਾਸੂ ਅਤੇ ਬਾਬਾ ਦਾਤੂ ਨੂੰ ਹੁਕਮ ਕੀਤਾ, ਨਾਲੇ ਗੁਰਤਾ ਗੱਦੀ ਦੀ ਪਰਖ ਕੀਤੀ। ਉਹਨਾਂ ਜਵਾਬ ਦੇ ਦਿੱਤਾ ਕਿ ਨਹੀਂ ਮਹਾਰਾਜ, ਅਸੀਂ ਭੂਤਾਂ ਵਾਲੀ ਜਗ੍ਹਾ 'ਤੇ ਭਲਾ ਕਿਉਂ ਜਾਵਾਂਗੇ? ਤੁਸੀਂ ਜਾਣ ਬੁੱਝ ਕੇ ਸਾਨੂੰ ਭੂਤਾਂ ਵਾਲੀ ਜਗ੍ਹਾ ਭੇਜ ਰਹੇ ਹੋ। ਫਿਰ ਸਤਿਗੁਰੂ ਜੀ ਨੇ ਸੇਵਕ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੂੰ ਇਸ਼ਾਰਾ ਕੀਤਾ। ਉਹਨਾਂ ਉਸੇ ਵੇਲੇ ਸਿਰ ਝੁਕਾ ਕੇ ਆਖਿਆ, ਜੀ 7 ਬਚਨ। ਮਹਾਰਾਜ ਕਹਿੰਦੇ, ਇਹਨਾਂ ਨਾਲ ਜਾਓ। ਕਹਿੰਦੇ, ਜੀ 7 ਬਚਨ ਮੈਂ ਜਾਂਦਾ ਹਾਂ, ਪਰ ਮੇਰੇ ਵਿੱਚ ਤਾਂ ਤਾਕਤ ਕੋਈ ਨਹੀਂ। ਭੂਤਾਂ ਪ੍ਰੇਤਾਂ ਦਾ ਮੈਂ ਕਿਵੇਂ ਮੁਕਾਬਲਾ ਕਰਾਂਗਾ? ਸ੍ਰੀ ਗੁਰੂ ਅੰਗਦ ਦੇਵ ਜੀ ਆਪਣੀ ਮੌਜ ਦੇ ਵਿੱਚ ਇੱਕ ਫੁੱਲਾਂ ਵਾਲੀ ਛੜੀ ਘੁਮਾਉਂਦੇ ਹੁੰਦੇ ਸੀ, ਸ਼ਮਕ ਜਿਹੀ, ਜਿਸ ਤਰ੍ਹਾਂ ਤੂਤ ਦੀ ਸ਼ਮਕ ਹੁੰਦੀ। ਇਉਂ ਫੁੱਲਾਂ ਵਾਲੀ ਛੜੀ ਮਹਾਰਾਜ ਦੇ ਹੱਥ ਵਿੱਚ ਸੀ। ਆਖਿਆ, ਲੈ ਪੁਰਖਾ, ਆ ਲੈ ਜਾ, ਜਿੱਧਰ ਵੀ ਇਹ ਛੜੀ ਘੁਮਾਵੇਂਗਾ ਭੂਤਾਂ ਪ੍ਰੇਤਾਂ ਦਾ ਸਫਾਇਆ ਹੁੰਦਾ ਜਾਵੇਗਾ। ਸੋ ਜਿੱਥੇ ਭੂਤ ਵਸਣ ਨਹੀਂ ਸੀ ਦਿੰਦੇ, ਉੱਥੇ ਸ੍ਰੀ ਗੁਰੂ ਅਮਰਦਾਸ ਜੀ ਦੇ ਚਰਨ ਪਏ, ਸੇਵਾਦਾਰਾਂ ਦੇ ਚਰਨ ਪਏ, ਨਾਮ ਅਭਿਆਸੀਆਂ ਦੇ ਚਰਨ ਪਏ। ਤੇ ਭੱਟਾਂ ਨੇ ਸਵਈਆਂ 'ਚ ਲਿਖੀ ਹੈ, ਗੋਬਿੰਦਵਾਲ ਗੋਬਿੰਦਪੁਰੀ ਸਮ। ਸ੍ਰੀ ਗੋਬਿੰਦਵਾਲ ਗੋਬਿੰਦ ਦੀ ਪੁਰੀ ਦੇ ਬਰਾਬਰ। ਜਲਨ ਤੀਰ ਵਿਪਾਸ ਬਣਾਇਓ। ਜਲਨ ਭੱਟ ਜੀ ਕਹਿੰਦੇ, ਬਿਆਸ ਦਰਿਆ ਦੇ ਕੰਢੇ 'ਤੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਵਸਾਉਣਾ ਕੀਤਾ। ਐਸੀਆਂ ਕਈ ਉਦਾਹਰਨਾਂ ਨੇ। ਜਿਹੜਾ ਅੰਮ੍ਰਿਤਸਰ ਹੈ,
ਇੱਥੇ ਪਹਿਲਾਂ ਕੱਖ ਵੀ ਨਹੀਂ ਸੀਗਾ, ਬੇਰੀਆਂ ਹੀ ਬੇਰੀਆਂ, ਮਲੇ ਹੀ ਮਲੇ, ਕੰਡੇ ਹੀ ਕੰਡੇ, ਕੋਈ ਲਾਗੋਂ ਦੀ ਲੰਘਦਾ ਨਹੀਂ ਸੀ ਹੁੰਦਾ। ਸਤਿਗੁਰੂ ਨਾਨਕ ਦੇਵ ਮਹਾਰਾਜ ਦੁੱਖ ਭੰਜਨੀ ਬੇਰੀ ਹੇਠ ਭਾਈ ਮਰਦਾਨਾ ਤੇ ਬਾਲਾ ਜੀ ਸਮੇਤ ਆ ਕੇ ਬੈਠਦੇ ਹੁੰਦੇ ਸੀ। ਉੱਥੇ ਇੱਕ ਵਾਰ ਕੀਰਤਨ ਵੀ ਕੀਤਾ ਤੇ ਅੰਮ੍ਰਿਤ ਰੂਪ ਹੋ ਗਏ ਸਨ। ਫਿਰ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਮਿਲਾਪ ਵੀ ਇੱਥੇ ਹੁੰਦਾ ਰਿਹਾ। ਸ੍ਰੀ ਗੁਰੂ ਅਮਰਦਾਸ ਮਾਨ ਨੇ ਚਰਨ ਪਾਏ, ਆਖਿਆ ਸਾਡਾ ਪੁਰਾਤਨ ਸਥਾਨ ਹੈ, ਇੱਥੇ ਸਰੋਵਰ ਬਣਾਓ। ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ ਕੱਚੇ ਰੂਪ 'ਚ ਸਰੋਵਰ ਤਿਆਰ ਕੀਤਾ, ਪਰ ਸਮਾਂ ਥੋੜ੍ਹਾ ਸੀ। ਉਹ ਪਾਣੀ ਪੈ ਪੈ ਕੇ ਬਾਰਿਸ਼ਾਂ ਦੇ ਨਾਲ ਮਿੱਟੀ ਪੈ ਕੇ ਭਰ ਗਿਆ। ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਹੁਕਮ ਕਰਕੇ ਗਏ ਤਾਂ ਸਤਿਗੁਰੂ ਅਰਜਨ ਦੇਵ ਮਹਾਰਾਜ ਨੇ ਅੰਮ੍ਰਿਤ ਸਰੋਵਰ ਨੂੰ ਪੱਕਾ ਕੀਤਾ, ਹਰਿਮੰਦਰ ਸਾਹਿਬ ਬਣਾਇਆ। ਬਾਣੀ ਵਿੱਚ ਦਰਜ ਹੈ ਕਿ ਗੁਰੂ ਰਾਮਦਾਸ ਨੇ ਅੰਮ੍ਰਿਤਸਰ ਨਗਰ ਜਦੋਂ ਵਸਾਇਆ ਤੇ ਸ੍ਰੀ ਗੁਰੂ ਅਮਰਦਾਸ ਜੀ ਦੇ ਨਾਮ 'ਤੇ ਨਾਮ ਰੱਖਿਆ ਚੱਕ ਗੁਰੂ ਕਾ, ਗੁਰੂ ਕਾ ਚੱਕ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਵੇਲਾ ਆਇਆ ਤਾਂ ਉਹਨਾਂ ਨੇ ਨਗਰ ਦਾ ਨਾਮ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਮ 'ਤੇ ਰਾਮਦਾਸਪੁਰਾ ਰੱਖਿਆ। ਸਰੋਵਰ ਦਾ ਨਾਮ ਰਾਮਸਰ, ਰਾਮਦਾਸ ਸਰ ਰੱਖਿਆ। ਵਸ ਦੀ ਸਗਨ ਅਪਾਰ, ਅਨੂਪ ਰਾਮਦਾਸਪੁਰ, ਹਰ ਹਾਂ ਨਾਨਕ ਸਮਲ ਜਾਹੇ, ਨਾਇਐ ਰਾਮਦਾਸ ਸਰ। ਪੌੜ ਪੱਕੇ ਕਰਾਏ। ਬੀਬੀ ਰਜਨੀ ਦੀ ਰਾਹੀਂ ਉਹਦਾ ਕੋੜੀਪਤੀ ਠੀਕ ਜੋ ਹੋਇਆ। ਸਾਰੀਆਂ ਸੰਗਤਾਂ ਦੇ ਵਿੱਚ ਅੰਮ੍ਰਿਤ ਸਰੋਵਰ ਦੀ ਮਹਿਮਾ ਪ੍ਰਗਟ ਹੋ ਗਈ। ਫਿਰ ਹਰਿਮੰਦਰ ਸਾਹਿਬ ਉਸਾਰਿਆ। ਅੱਜ ਵੇਖੋ ਕਿੰਨੀਆਂ ਉੱਥੇ ਰੌਣਕਾਂ ਲੱਗੀਆਂ ਹੋਈਆਂ ਨੇ। 5-6 ਮੰਜ਼ਿਲਾਂ ਤਾਂ ਗੁਰੂ ਕਾ ਲੰਗਰ ਹੀ ਚੱਲ ਰਿਹਾ। ਕਿੰਨਾ ਦਰਬਾਰ ਸਾਹਿਬ ਕੰਪਲੈਕਸ ਵੱਡਾ ਹੈ। ਸਾਰੀਆਂ ਪਰਿਕਰਮਾ ਸੰਗਤਾਂ ਦੇ ਨਾਲ ਸ਼ਨੀਵਾਰ ਦੀ ਰਾਤ ਨੂੰ ਭਰੀਆਂ ਹੁੰਦੀਆਂ ਨੇ, ਪੈਰ ਰੱਖਣ ਨੂੰ ਜਗ੍ਹਾ ਨਹੀਂ ਹੁੰਦੀ। ਪਰਿਕਰਮਾ 'ਚ ਵੀ ਸੰਗਤਾਂ ਸੁੱਤੀਆਂ ਪਈਆਂ ਹੁੰਦੀਆਂ ਨੇ, ਸਾਰੇ ਕਮਰੇ ਬੁੱਕ ਹੁੰਦੇ। ਕਮਰਿਆਂ ਤੋਂ ਬਾਹਰ ਬਰਾਂਡਿਆਂ 'ਚ ਵੀ ਲੋਕ ਦਰੀਆਂ ਵਿਛਾ ਕੇ ਲੇਟੇ ਹੁੰਦੇ। ਗੁਰੂ ਜੀ ਦੇ ਪਿਆਰ ਦੇ ਵਿੱਚ ਪੁੰਜੇ ਸੌਣਾ ਪਸੰਦ ਕਰਦੇ। ਬੜੀ ਬੜੀ ਦੂਰ ਤੋਂ ਦਰਸ਼ਨ ਕਰਨ ਵਾਸਤੇ ਸੰਗਤਾਂ ਉੱਥੇ ਪਹੁੰਚਦੀਆਂ। ਇਹ ਰੌਣਕਾਂ ਸਿਰਫ ਗੁਰੂ ਸਾਹਿਬ ਦੇ ਚਰਨ ਪੈਣ ਕਰਕੇ ਮਹਾਰਾਜ ਨੇ ਨਾਮ ਬਾਣੀ ਦਾ, ਕਥਾ ਕੀਰਤਨ ਦਾ ਪ੍ਰਵਾਹ ਚਲਾਇਆ। ਇਸੇ ਕਰਕੇ ਹੀ ਹੈ ਜਿੱਥੇ ਆਪ ਜੀ ਬੈਠੇ ਹੋ, ਸ਼ਹੀਦਾਂ ਦੀ ਪਵਿੱਤਰ ਯਾਦ ਵਿੱਚ ਹਰ ਮਹੀਨੇ 10ਵੀਂ ਦਾ ਪਵਿੱਤਰ ਦਿਹਾੜਾ ਮਨਾਇਆ ਜਾਂਦਾ। ਇਹ ਸਥਾਨ ਵੀ ਉੱਜੜ ਥੇ ਸੀਗਾ, ਜੰਗਲ ਵੇਲਾ। ਖਜੂਰਾਂ ਅਜੇ ਵੀ ਖੜੀਆਂ ਤੁਸੀਂ ਵੇਖ ਸਕਦੇ ਹੋ। ਇੱਧਰ ਜਿੱਧਰ ਪੱਠੀਆਂ ਲੱਗੀਆਂ ਨੇ ਅਜੇ ਵੀ ਇੱਥੇ ਇੱਕ ਸਮਾਧ ਹੈ, ਮਤਲਬ ਮੜੀਆਂ ਸਨ। ਮੜੀਆਂ ਤੇ ਮੜੀਆਂ 'ਚ ਦੱਸੋ ਲੋਕ ਆਉਣਾ ਪਸੰਦ ਕਰਦੇ ਨੇ। ਕੋਈ ਇੱਧਰ ਨੂੰ ਆਉਂਦਾ ਲੰਘਦਾ ਨਹੀਂ ਸੀ ਦਿਨੇ ਵੀ। ਜੰਗਲ ਵੇਲਾ ਡਰ ਲੱਗਦਾ ਸੀਗਾ, ਪਰ ਮਹਾਂਪੁਰਖਾਂ ਦੀ ਕਿਰਪਾ ਹੋਈ। ਸੰਗਤਾਂ ਪੂਜਦੀਆਂ ਤਾਂ ਪਹਿਲਾਂ ਵੀ ਸੀਗੀਆਂ, ਪਰ ਸੰਤਾਂ ਨੇ ਸੋ ਮਹਿਮਾ ਪ੍ਰਗਟ ਕੀਤੀ। ਸ਼ਹੀਦਾਂ ਦਾ ਸਥਾਨ, ਉਹਨਾਂ ਦਾ ਨਾਮ ਦੱਸਿਆ, ਸੰਗਤਾਂ ਨੂੰ ਪ੍ਰੇਰਿਤ ਕੀਤਾ। ਗੁਰਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਵਾਹ ਚੱਲੇ, ਗੁਰੂ ਕੇ ਲੰਗਰ ਚੱਲੇ, ਸੰਗਤਾਂ ਦੀ ਗਹਿਮਾ ਗਹਿਮ ਹੋਈ। ਸੋ ਕਿੰਨੀਆਂ ਸੁੰਦਰ ਇਮਾਰਤਾਂ ਇਹ ਹੋਂਦ ਵਿੱਚ ਆਈਆਂ। ਸੰਗਤਾਂ ਦੇ ਜੋੜ ਮੇਲੇ ਹੋਣ ਲੱਗੇ। ਇਹ ਸਭ ਸਾਧ ਸੰਗਤ ਦੇ ਨਾਮ ਜਪਣ ਦਾ ਪ੍ਰਤਾਪ ਹੈ, ਗੁਰੂ ਮਹਾਰਾਜ ਦੀ ਬਾਣੀ ਦਾ ਪ੍ਰਤਾਪ ਹੈ। ਇਸ ਲਈ ਜਿੱਥੇ ਵੀ ਮਹਾਰਾਜ ਦੇ ਗੁਣ ਗਾਏ ਜਾਂਦੇ ਨੇ ਉੱਥੇ ਆਨੰਦ, ਮੰਗਲ, ਸੁਖ ਦੇਣ ਵਾਲੀ ਵਿਧੀ ਬਣ ਜਾਂਦੀ ਹੈ ਅਤੇ ਹਮੇਸ਼ਾ ਹੀ ਸੁਖ, ਸੰਪਦਾ, ਵਿਭੂਤੀ ਇਤਿਆਦਿਕ ਦਾ ਵਾਧਾ ਹੋ ਜਾਂਦਾ ਹੈ। ਜਹਾਂ ਸ਼੍ਰਵਣ ਹਰਿ ਕਥਾ ਨ ਸੁਣੀਐ, ਜਿੱਥੇ ਕੰਨਾਂ ਦੇ ਵਿੱਚ ਕਥਾ ਕੀਰਤਨ ਕੰਨੀ ਨਹੀਂ ਪੈਂਦਾ,
ਉਥੇ ਤਹੈ ਮਹਾਭਿਆਨ ਉਦਿਆਨਦ। ਭਾਵੇਂ ਉਹ ਸੁੰਦਰ ਜਗ੍ਹਾ ਵੀ ਹੋਣ, ਕਥਾ ਕੀਰਤਨ ਤੋਂ ਬਗੈਰ ਤਾਂ ਉਜਾੜਪੁਣਾ ਹੈ, ਉਦੇ ਹੋ ਰਿਹਾ। ਮਤਲਬ ਅੰਤਰੀ ਭਾਵ ਨੂੰ ਸਮਝੋ ਇਸੇ ਤਰ੍ਹਾਂ। ਜਹਾਂ ਸ਼ਰਵਨ ਹਰ ਕਥਾ ਨ ਸੁਣੀਐ। ਜਿੱਥੇ ਸ਼ਰਧਾ ਤੇ ਵਿਸ਼ਵਾਸ ਰੂਪ ਕੰਨਾਂ ਦੁਆਰਾ ਪਰਮੇਸ਼ਰ ਦੀ ਸਰੂਪ ਲਖਣਾ, ਤਟਸਥੀ ਲਖਣਾ ਵਾਲੀ ਕਥਾ ਨਹੀਂ ਸੁਣੀਂਦੀ। ਤਹੈ ਮਹਾਭਿਆਨ ਉਦਿਆਨਦ। ਉੱਥੇ ਬੜਾ ਭਿਆਨਕ ਉਜਾੜਪੁਣਾ ਉਦੇ ਹੋ ਰਹੀ ਹੈ, ਜੰਗਲ ਦੀ ਤਰ੍ਹਾਂ ਉਹ ਸਿਰ ਦੇ ਵਿੱਚ ਭਿਆਨਕ ਉਜਾੜ ਹੈ। ਜਹਾਂ ਕੀਰਤਨ ਸਾਧ ਸੰਗਤ ਰਸ। ਜਿੱਥੇ ਪ੍ਰਭੂ ਦਾ ਕੀਰਤਨ ਜਸ ਹੁੰਦਾ ਤੇ ਸਾਧ ਸੰਗਤ ਪ੍ਰੇਮ ਨਾਲ ਰਹਿੰਦੀ ਹੈ, ਜਾਂ ਜਿੱਥੇ ਪ੍ਰਭੂ ਦਾ ਜਸ ਤੇ ਸਾਧ ਸੰਗਤ ਦਾ ਆਨੰਦ ਬਣਿਆ ਰਹਿੰਦਾ ਹੈ। ਤਹੈ ਸਗਨ ਬਾਸ ਫਲਾਨਦ। ਉੱਥੇ ਸ਼ੁਭ ਗੁਣਾਂ ਦਾ ਸੰਗਣੀ ਵਾਸਨਾ ਦਾ ਫੈਲਾਵ ਹੋਇਆ ਹੈ। ਉੱਥੇ ਸੁਗੰਧੀ ਬਣੀ ਹੋਈ ਹੈ, ਜਾਂ ਗਿਆਨ ਰੂਪੀ ਫਲ ਲੱਗਦਾ ਤੇ ਆਨੰਦ ਸਰੂਪ ਦੀ ਸਖਿਆਤਤਾ ਹੁੰਦੀ ਹੈ। ਤੁਸੀਂ ਵੇਖੋ ਦਿੱਲੀ ਦੇ ਬਾਰਡਰ ਤੋਂ ਜਿਹੜੇ ਪੰਜਾਬੀ ਗੁਰਮੁਖ ਉਹ ਲੰਬਾ ਸਮਾਂ 1.5 ਸਾਲ ਉੱਥੇ ਰਹਿ ਕੇ ਕੱਲ੍ਹ ਪੰਜਾਬ ਨੂੰ ਵਾਪਸ ਆਏ ਨੇ। ਉੱਥੇ ਸੜਕ ਦੇ ਕਿਨਾਰਿਆਂ ਦੇ ਹੀ ਉਹਨਾਂ ਨੇ ਰਿਹਾਇਸ਼ ਕਰਕੇ ਤੰਬੂ ਲਾ ਕੇ ਉੱਥੇ ਹੀ ਕਥਾ ਕੀਰਤਨ ਸ਼ੁਰੂ ਕਰ ਦਿੱਤਾ। ਤੇ ਵੇਖੋ ਜਿਹੜੇ ਆਲੇ ਦੁਆਲੇ ਝੁੱਗੀਆਂ ਝੌਂਪੜੀਆਂ ਵਾਲੇ, ਉਹਨਾਂ ਦੇ ਭਾਅ ਦਾ ਉੱਥੇ ਮੇਲਾ ਹੀ ਲੱਗ ਗਿਆ। ਗਰੀਬ ਬੰਦਿਆਂ ਦੀ ਤਾਂ ਉੱਥੇ ਰੋਜੀ ਚੱਲ ਪਈ। ਸੋ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ, ਜਿੱਥੇ ਪੰਜਾਬੀ ਬੰਦਾ ਜਾ ਕੇ ਬੈਠਦਾ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਜ਼ਰੂਰ ਕਰਦਾ ਤੇ ਕਥਾ ਕੀਰਤਨ ਰੱਬ ਦੇ ਗੁਣ ਗਾਉਂਦਾ। ਜਿੱਥੇ ਕਥਾ ਕੀਰਤਨ ਹੋ ਲੱਗ ਪੈਂਦਾ, ਸੰਗਤ ਜੋੜਨ ਲੱਗ ਪੈਂਦੀ। ਇੱਥੇ ਤੁਹਾਡੇ ਸਾਹਮਣੇ ਵੀ ਗੇਟ ਦੇ ਅੱਗੇ ਸੁਖਮਨੀ ਸਾਹਿਬ ਦੇ ਪਾਠ ਹੁੰਦੇ ਨੇ ਡੇਲੀ। ਕਿੰਨੀ ਰੌਣਕ ਲੱਗਦੀ ਹੈ। ਬਹਾਨਾ ਭਾਵੇਂ ਧਰਨੇ ਦਾ ਹੈ, ਪਰ ਉਹ ਸੰਗਤ ਹੀ ਬਣ ਗਈ। ਉਹ ਅਜੇ ਵੀ ਨਹੀਂ ਉੱਠਣ ਨੂੰ ਜੀ ਕਰਦਾ, ਉੱਥੇ ਜਾ ਕੇ ਬੈਠ ਜਾਂਦੇ ਨੇ। ਉਹ ਕੁਦਰਤੀ ਇਹ ਸੁਭਾਅ ਹੀ ਹੈ ਪੰਜਾਬੀਆਂ ਦਾ। ਤੋ ਇਸ ਵਾਸਤੇ ਉੱਥੇ ਮਹਾਰਾਜ ਦੀ ਕਿਰਪਾ ਹੋ ਜਾਂਦੀ ਹੈ। ਵੇਖੋ ਕਿੰਨੀਆਂ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਉੱਥੇ ਲੰਗਰ ਲਾਉਣ ਵਾਸਤੇ ਸਹਿਯੋਗ ਦੇਣ ਲਈ ਪਹੁੰਚੀਆਂ। ਇਉਂ ਮਹਾਰਾਜ ਕਹਿੰਦੇ ਨੇ ਕਿ ਜਿੱਥੇ ਸੰਗਤ ਜੁੜਦੀ, ਮਹਾਰਾਜ ਦੇ ਗੁਣ ਗਾਏ ਜਾਂਦੇ ਨੇ, ਉੱਥੇ ਫੁੱਲਾਂ ਦੀ ਤਰ੍ਹਾਂ ਸੁਗੰਧੀ ਫੈਲ ਜਾਂਦੀ ਹੈ, ਗੁਣ ਪ੍ਰਗਟ ਹੋ ਜਾਂਦੇ ਨੇ। ਬਿਨ ਸਿਮਰਨ ਕੋਟ ਬਰਖ ਜੀਵੈ। ਪਰਮੇਸ਼ਰ ਦੇ ਸਿਮਰਨ ਭਜਨ ਤੋਂ ਬਿਨਾਂ ਭਾਵੇਂ ਕੋਈ ਪੁਰਖ ਕਰੋੜਾਂ ਵਰੇ ਵੀ ਜਿਉਂਦਾ ਰਹੇ, ਸਗਲੀ ਆਦ ਬਿਰਥਾ ਨਦ। ਤਾਂ ਵੀ ਉਸ ਦੀ ਸਾਰੀ ਉਮਰ ਵਿਅਰਥ ਹੀ ਜਾਂਦੀ ਹੈ। ਜੇ ਜੁਗ ਚਾਰੇ ਆਰਜਾ, ਭਾਵੇਂ 4 ਯੁੱਗਾਂ ਦੀ ਲੰਬੀ ਉਮਰ ਬਣ ਜਾਏ, ਹੋਰ ਦਸੂਣੀ ਹੋਏ 10 ਗੁਣਾ ਹੋਰ 40 ਯੁੱਗਾਂ ਦੀ ਬਣ ਜਾਏ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, 9 ਖੰਡਾਂ ਵਿੱਚ ਜਾਣੀ ਹੈ, 9 ਖੰਡਾਂ ਵਿੱਚ ਪ੍ਰਸਿੱਧ ਹੋ ਜਾਏ। ਨਾਲ ਚੱਲੇ ਸਭ ਕੋਏ, ਜਿੱਧਰ ਨੂੰ ਤੁਰੇ ਨਾਲ ਵਹੀਰਾਂ ਦੀਆਂ ਵੀ ਹੀਰਾਂ ਤੁਰ ਪਾਣ। ਤੇ ਚੰਗਾ ਨਾਮ ਰਖਾਈ ਕੈ ਜਸ ਕੀਰਤ ਜਗਲੇ। ਆਪ ਦਾ ਨਾਮ ਭਲਾ ਪੁਰਸ਼ ਰਖਾ ਕੇ ਮੂੰਹ 'ਤੇ ਵੀ ਜਸ ਕਰਾਏ, ਪਿੱਠ ਪਿੱਛੇ ਵੀ ਕੀਰਤੀ ਕਰਵਾ ਲਵੇ। ਪਰ ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੇ ਕਿ ਜੇ ਤਿਸ ਪਰਮਾਤਮਾ ਦੀ ਨਿਗਾਹ 'ਚ ਨਹੀਂ ਆਉਂਦਾ, ਉਹਦੀ ਕੋਈ ਬਾਤ ਨਹੀਂ ਪੁੱਛਦਾ। ਕੋਟ ਕੋਟੀ ਮੇਰੀ ਆਰਜਾ, ਪਵਨ ਪੀਵਨ ਅਪਿਆਓ। ਚੰਦ ਸੂਰਜ ਦੇ ਗੁਫੇ ਨਾ ਦੇਖਾ, ਸੁਪਨੇ ਸੌਣ ਨਾ ਥਾਓ। ਭੀ ਤੇਰੀ ਕੀਮਤ ਨਾ ਪਵੈ, ਹੋ ਕੇ ਵਡਿਆਖਾ ਨਾ। ਇਸ ਲਈ ਕਰੋੜਾਂ ਉਮਰਾਂ ਪਾ ਕੇ ਵੀ ਪ੍ਰਭੂ ਦਾ ਅੰਤ ਨਹੀਂ ਲਿਆ ਜਾ ਸਕਦਾ। ਜੇ ਮਹਾਰਾਜ ਦੇ ਭਜਨ ਤੋਂ ਬਗੈਰ
ਕਰੋੜਾਂ ਸਾਲ ਵੀ ਬੰਦਾ ਜਿਉਂਦਾ ਰਹੇ ਤਾਂ ਉਹਦੀ ਸੱਪਾਂ ਤੋਂ ਵੱਧ ਕੁਛ ਵੀ ਉਮਰ ਨਹੀਂ ਗਿਣਤੀ ਵਿੱਚ ਆ ਸਕਦੀ। ਜਿਵੇਂ ਟੋਡੀ ਮਹੱਲਾ ਪੰਜਵਾ, ਟੋਡੀ ਰਾਗ 'ਚ ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ, ਹਰ ਬਿਸਰਤ ਸਦਾ ਕੁਆਰੀ, ਤਾਕੋ ਧੋਖਾ ਕਹਾਂ ਵੀ ਆਪੈ, ਜਾਕੋ ਓਟ ਤੁਹਾਰੀ ਰਹਾਉ। ਬਿਨ ਸਿਮਰਨ ਜੋ ਜੀਵਨ ਬਲਨਾ, ਸਿਮਰਨ ਤੋਂ ਬਗੈਰ ਜੋ ਜੀਵਨ ਬਤੀਤ ਕਰਨਾ ਹੈ, ਸਰਪ ਜੈਸੀ ਅਰ ਜਾਰੀ, ਉਹ ਸੱਪ ਦੀ ਉਮਰਾਂ ਤੋਂ ਵੱਧ ਕੇ ਹੋਰ ਕੁਛ ਵੀ ਨਹੀਂ। ਸੱਪਾਂ ਦੇ ਭੂਤਾਂ ਦੀ ਉਮਰ ਬੜੀ ਲੰਬੀ ਹੁੰਦੀ ਹੈ, ਸਿਮਰਨ ਤੋਂ ਬਗੈਰ ਤਾਂ ਢਿੱਡ ਘੜੀਸ ਕੇ ਤੁਰਨ ਦੀ ਤਰ੍ਹਾਂ ਦੁਖੀ ਹੁੰਦਾ ਹੈ। ਨਵ ਖੰਡਨ ਕੋ ਰਾਜ ਕਮਾਵੇ, ਭਾਵੇਂ 9 ਖੰਡਾਂ ਦਾ ਰਾਜ ਭਾਗ ਵੀ ਕਮਾ ਲਵੇ। ਅੰਤ ਚੱਲੇ ਗੋਹਾਰੀ, ਅੰਤ ਨੂੰ ਚੱਲੇ ਜਵਾਰੀ, ਦੋਏ ਹੱਥ ਝਾੜ, ਹੱਥ ਝਾੜ ਕੇ ਜਾਣਾ ਪਵੇਗਾ। ਮਾਤੀ ਮਤੰਗ ਜਰੀ ਜਰ ਸੰਗ, ਅਨੂਪ ਉਤੰਗ ਸੁਰੰਗ ਸੁਆਰੇ, ਕੋਟ ਤੁਰੰਗ ਕੁਰੰਗ ਸੇ ਕੂਦਤ, ਪੌਣ ਕੇ ਗੌਣ ਕੋ ਜਾਤ ਨਿਵਾਰੇ, ਭਾਰੀ ਭੁਜਾਨ ਕੇ ਭੂਪ ਭਲੀ ਵਿਦ, ਨਿਆਵਤ ਸੀਸ ਨ ਜਾਤ ਵਿਚਾਰੇ, ਇਤੇ ਭਏ ਤੋ ਕਹਾਂ ਭਏ ਭੂਪਤ, ਅੰਤ ਕਉ ਨਾਂਗੇ ਹੀ ਪਾਈ ਪਧਾਰੇ। ਸਾਰੀ ਉਮਰ ਸਿਮਰਨ ਤੋਂ ਬਿਨਾਂ ਨਿਸਫਲ ਹੈ। ਏਕ ਨਿਮਖ ਗੋਬਿੰਦ ਭਜਨ ਕਰ, ਨਿਮਖ ਅੱਖ ਝਮਕਣ ਦੇ ਸਮੇਂ ਦਾ ਨਾਮ ਹੈ। ਇੱਕ ਵਾਰ ਉੱਚੀ ਬੋਲ ਕੇ ਕਹਿ ਦਿਓ ਜੀ, ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਨਿਮਖ ਹੋ ਗਿਆ। ਪਰਮੇਸ਼ਰ ਦੇ ਭਜਨ ਤੋਂ ਬਿਨਾਂ ਭਾਵੇਂ ਕੋਈ ਪੁਰਖ ਸੋ ਇੱਕ ਖਿਨ ਮਾਤਰ ਜਿੰਨੀ ਉਮਰ ਵੀ ਜਿਉਂਦਾ, ਸਿਮਰਨ ਦੇ ਵਿੱਚ ਸਾਧ ਸੰਗਤ ਜੀਓ ਸਫਲਤਾ ਹੈ। ਜੇਕਰ ਪੁਰਖ ਦੀ ਇੱਕ ਛਿਨ ਮਾਤਰ ਜਿੰਨੀ ਉਮਰ ਵੀ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਗੁਜ਼ਰਦੀ ਹੈ, ਤਉ ਸਦਾ ਸਦਾ ਜੀਵਾਨੰਦ, ਤਾਂ ਪੁਰਖ ਹਮੇਸ਼ਾ ਹਮੇਸ਼ਾ ਵਾਸਤੇ ਆਤਮਿਕ ਜੀਵਨ ਦਾ ਆਨੰਦ ਪ੍ਰਾਪਤ ਕਰਦਾ ਹੈ। ਉਹ ਕਰੋੜਾਂ ਸਾਲ ਵੀ ਉਮਰ ਨਿਸਫਲ ਹੈ ਸਿਮਰਨ ਤੋਂ ਬਿਨਾਂ, ਅਤੇ ਸਿਮਰਨ ਵਾਲੀ ਉਮਰ ਇੱਕ ਨਿਮਖ ਦੀ ਵੀ ਚੜ੍ਹਦੀ ਕਲਾ ਵਾਲੀ। ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਸੰਤ ਮਸਾਂ ਹੀ 30 32 35 ਸਾਲ ਦੇ ਸੀਗੇ, 40 ਤੱਕ ਨਹੀਂ ਪਹੁੰਚੇ। ਉਹ ਇੰਨੀ ਛੋਟੀ ਜਿਹੀ ਉਮਰ 'ਚ ਹੀ ਵੇਖੋ ਕਿੰਨੀ ਉਹਨਾਂ ਦੀ ਮਹਿਮਾ ਹੋਈ ਹੈ। ਉਹ ਹਮੇਸ਼ਾ ਕਿਹਾ ਕਰਦੇ ਸੀਗੇ ਕਿ ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਜੇ ਇੱਜ਼ਤ ਹੀ ਨਹੀਂ ਹੈ, ਮਾਣ ਹੀ ਨਹੀਂ ਹੈ, ਤਾਂ ਫਿਰ ਖਾਣਾ ਪੀਣਾ ਜਿਉਣਾ ਸਭ ਹਰਾਮ। ਅਤੇ ਇੱਜ਼ਤ ਦੀ ਜ਼ਿੰਦਗੀ ਭਾਵੇਂ 4 ਦਿਨ ਦੀ ਹੈ, ਉਹ ਵੀ ਚੜ੍ਹਦੀ ਕਲਾ ਵਾਲੀ ਹੈ। ਇਸ ਵਾਸਤੇ ਜਿਹੜੇ ਸ਼ਹੀਦ ਸਿੰਘ ਨੇ ਉਹ ਬੁੱਢੇ ਹੋ ਕੇ ਮਰਨਾ ਪਸੰਦ ਨਹੀਂ ਕਰਦੇ, ਐਵੇਂ ਹੱਡ ਗੋਡੇ ਰਗੜਦੇ ਰਹਿਣੇ ਬਿਮਾਰੀ ਦੇ ਨਾਲ ਜਾਂ 100 ਗੱਲਬਾਤ ਇਹੀ ਮੰਗਦੇ ਨੇ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਮਰ ਮਸਾਂ 42 ਕੇ ਸਾਲ, 50ਵਾਂ ਤੱਕ ਮਹਾਰਾਜ ਪਹੁੰਚੇ ਹੀ ਨਹੀਂ। ਕੋਈ ਗੁਰੂ ਸਾਹਿਬ ਹੈ ਜਿਹੜਾ 50ਵਾਂ ਤੱਕ ਗਿਆ ਹੋਗਾ, ਨਾਵੇਂ ਪਾਤਸ਼ਾਹ ਜਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ। ਗੁਰੂ ਸਾਹਿਬ ਨੇ ਪਸੰਦ ਹੀ ਨਹੀਂ ਕੀਤਾ, ਪਤਾ ਨਹੀਂ ਕਿਉਂ। ਚੰਗੇ ਬੰਦਿਆਂ ਦੀ ਸ਼ਾਇਦ ਪਤਾ ਨਹੀਂ ਉੱਪਰ ਵੀ ਕਹਿੰਦੇ ਲੋੜ ਹੁੰਦੀ ਹੈ। ਮਹਾਰਾਜ ਵੀ ਇੰਨਾ ਵਸਾਹ ਨਹੀਂ ਕਰਦਾ, ਪਰਮਾਤਮਾ ਵੀ ਜਲਦੀ ਬੁਲਾ ਲੈਂਦਾ ਉਹਨਾਂ ਨੂੰ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨ ਕਰਕੇ ਭੁੱਖ ਲੈਂਦੀ ਸੀਗੀ। ਇੰਨੇ ਮਹਾਰਾਜ ਜਾਹੋ ਜਲਾਲ ਤੇਜ ਪ੍ਰਤਾਪੀ 5.5 ਸਾਲ ਦੀ ਉਮਰ 'ਚ ਹੀ ਗੁਰੂ ਬਣੇ। 8.5 ਸਾਲ ਤੱਕ ਕਿੰਨਾ ਵੇਖੋ ਤੇਜ ਪ੍ਰਤਾਪ ਸੀਗਾ। 9 ਸਾਲ ਤੱਕ ਪਹੁੰਚੇ ਹੀ ਨਹੀਂ, ਪਹਿਲਾਂ ਹੀ ਫਤਿਹ ਬੁਲਾ ਕੇ ਤੁਰ ਗਏ। ਧੰਨ ਗੁਰੂ ਗੋਬਿੰਦ ਸਿੰਘ ਨੇ ਰੱਬ ਦੇ ਕੋਲੋਂ ਸਿਰਫ ਇੱਕੋ ਹੀ ਚੀਜ਼ ਮੰਗੀ ਹੈ, ਆਖਿਆ ਹੇ ਪ੍ਰਮਾਤਮਾ, ਮੈਂ ਬੁੱਢਾ ਹੋ ਕੇ ਨਹੀਂ ਮਰਨਾ ਚਾਹੁੰਦਾ, ਮੈਨੂੰ ਜਵਾਨੀ 'ਚ ਹੀ ਲੈ ਜਾ। ਜਦ ਮੈਂ ਮਰਾਂ ਤੇ ਮੈਂ ਲੜਦਾ ਮਰਾਂ, ਢਿੱਡ ਵਾਸਤੇ ਨਹੀਂ, ਪੇਟ ਵਾਸਤੇ ਨਹੀਂ। ਅੱਜ ਤੱਕ ਜਿੰਨੇ ਜੰਗ ਹੋਏ ਨੇ ਜਰ ਜੋਰੂ ਤੇ ਜ਼ਮੀਨ ਲਈ ਹੋਏ ਨੇ, ਜਾਂ ਤਾਂ ਜ਼ਮੀਨ ਦੀ ਲੜਾਈ, ਜਾਂ ਇਸਤਰੀ ਦੀ, ਤੇ ਜਾਂ ਧਨ ਦੀ।
ਗੁਰੂ ਗੋਬਿੰਦ ਸਿੰਘ ਜੀ ਲੜਦੇ ਰਹੇ, ਛੋਟੀਆਂ ਮੋਟੀਆਂ 14 ਜੰਗਾਂ ਲੜੀਆਂ ਧਰਮ ਦੀ ਖਾਤਰ। ਛੇਵੇਂ ਪਾਤਸ਼ਾਹ ਵੀ ਕੋਈ ਜ਼ਮੀਨ ਦੀ ਵੰਡ ਨਹੀਂ, ਕੋਈ ਪਰਿਵਾਰ ਦਾ ਝਗੜਾ ਨਹੀਂ। ਇਸ ਲਈ ਕਹਿੰਦੇ ਕਿ ਜਦ ਵੀ ਮੈਂ ਚੜ੍ਹਾਈ ਕਰਾਂ ਤੇ ਜੰਗ ਵਿੱਚ ਜੂਝ ਕੇ ਚੜ੍ਹਾਈ ਕਰਾਂ, ਬਸ ਇੱਕੋ ਹੀ ਮੈਂ ਤੇਰੇ ਕੋਲੋਂ ਮੰਗਦਾ, ਹੋਰ ਮੈਨੂੰ ਕੁਛ ਨਹੀਂ ਚਾਹੀਦਾ। ਵੇਖੋ ਡਾਂਗ ਦੇ ਡੇਰਾ ਰੱਖਿਆ, ਕਿਸੇ ਚੀਜ਼ ਦਾ ਮੋਹ ਨਹੀਂ ਕੀਤਾ। ਦੇਹ ਸ਼ਿਵਾਬਰ ਮੋਹਿ ਇਹ ਸ਼ੁਭ ਕਰਮਨ ਤੇ ਕਬਹੂ ਨਾ ਟਰੋ। ਪਹਿਲਾਂ ਟਰੋਂ ਪਾਠ ਹੈ, फिर डरूं है ना डरूं अरसों जब जाई लरूं। निश्चय कर अपनी जीत करूं और सिखूं हूँ अपने ही मन को। यह लालच हो गुण दो उचरों। जब आप की औध निदान बने। इत्थे निदान तद्दे नाल पाठ नहीं है, निदान दा अर्थ हुंदा खजाना। दद्दे नाल पाठ सही है निदान। निदान का मतलब है अंत। आप दा उम्र का अर्थ है जब आपकी औध जी आप उम्र है यदि अवधि यदि हद अंत दी आ जावे। जब आपकी औध निदान बने अति ही रण में तब जूझ मरूं। अत सह करके खास करके मैं विशेष करके तेरे चरणों च बेनती करदा कि मैं जंग में जूझ के मरा। साहिबजादियां आपदे बच्चों भी यही सिखाया भी बच्चों बहुता वड्डे होने का कोई मतलब नहीं दुनिया च। जिहड़ी बजुर्गता है वेखो उम्र दे नाल नहीं होंदी, गुणां दे नाल कुर्बानी नाल आउंदी है। बाबा जोरावर सिंह ते बाबा फतेह सिंह सी तां बचपन वाले, एक दी उम्र 7 साल दूजी दे 9 साल, पर उन्होंने बाबा साडे माझे च दादे नूं कहिंदे ने, जिहड़ा पिओ दा पिओ होवे। है तो बच्चे ने पर बाबे क्यों, क्योंकि बाबियां तो वध उन्हां काम कीता। इउं बजुर्गता करनी दे नाल आउंदी है। धन बाबा अजीत सिंह जी, बाबा जुझार सिंह जी, बाबा जोरावर सिंह जी, साहिबजादा बाबा फतेह सिंह साहिब जी। यही सिखाया महाराज ने। माता गुजरी जी ने भी यही पट्टी पढ़ाई। तो उन्होंने गुरु गोबिंद सिंह महाराज की सोच मुताबिक आपकी जान छोटी उम्र च कुर्बान कर दी। हे रब, हे सस, हे करुणानिधि, मेरी अवय बेनती सुन लीजै। और न मांगत हो तुम ते कश, चाहत हो चित मैं सोई कीजै। शस्त्रन स्यों अति ही रन भीतर, जूझ मरो तो साच पतीजै। संत सहाय सदा जगमाए, कृपा कर श्याम यह वर दीजै। जद मेरा अंतम समाए तो हे श्याम, हे वाहिगुरु मैनू ये वर दिओ कि मेरे हथ में शस्त्र होण ते मैं जूझ के शहीदी प्राप्त करा। कबीर मोहे मरने का चाऊ है, मरो तो हर का द्वार। मत हर पूछे कौन है, परा हमारे बार। कबीर मरता मरता जग मुआ, मर भी न जानिया कोई। ऐसे मरने जो मरे, बहुर न मरना होए। कबीर जिस मरने ते जग डरै, मेरा मन आनंद। मरने ही ते पाइए पूर्ण परमानंद। जाओ तो प्रेम खिलन का चाओ। धन बाबा दीप सिंह साहब जी सारी उम्र गुरुद्वारे कट्टी सेवा करते रहे। गुरबाणी दियां पोथियां लिख लिख के संगतां विच प्रचार करते रहे। बड़ियां सेवावां निभाईयां। भाई मनी सिंह साहब जी आदि गुरसिखा ने जो वेखिया भी उम्र का अंतम समा आया, खंडा फड़ लिया भी जरूर इत्थे बह के चढ़ाई करना, किसी बीमारी नाल जां किसी होर तरीके नाल। जान तो देनी है, रब नूं वापस करनी है, तो जूझ के परोपकार हित आपदा शरीर भी भेटा कर दिओ। जो पंजवें पातशाह ने लैसन नवा अध्याय जोड़िया, तती तवी ते बैठ के शहीदी का उस लैसन नूं पकाउंदियां होइयां ਉਹਦੇ ਤੇ ਚੱਲਦਿਆਂ ਧੰਨ ਬਾਬਾ ਦੀਪ ਸਿੰਘ ਨੇ 84 ਸਾਲ ਦੀ ਬਜ਼ੁਰਗ ਅਵਸਥਾ 'ਚ ਖੰਡਾ ਫੜ ਲਿਆ। ਆ ਬਾਬਾ ਹਨੂਮਾਨ ਸਿੰਘ ਜੀ 90 ਸਾਲ ਦੀ ਉਮਰ 'ਚ ਪੱਟ ਦੇ ਵਿੱਚ ਤੋਪ ਦਾ ਗੋਲਾ ਖਾਧਾ। ਇਉਂ ਜਾਂਦੀ ਬਾਕੀ ਸਰੀਰ ਵੀ ਗੁਰਦੁਆਰੇ ਭੇਟਾ ਕਰ ਗਏ। जाओ तो प्रेम खिलन का चाओ, सिर धर तली गली मेरी आओ। इत मार्ग पैर धरीजै, सिर दीजै कान न कीजै। ये महाराज बिना सिमरन तो भावें करोड़ां साल जीउंदे रहो, सारी उम्र निष्फल है।
ਤੇ ਜੇ ਗੋਬਿੰਦ ਦੇ ਭਜਨ 'ਚ ਇੱਕ ਨਿਮਖ ਮਾਤਰ ਵੀ ਮਤਲਬ ਛੋਟੀ ਉਮਰ 'ਚ ਵੀ ਬੰਦਾ ਚਲਿਆ ਜਾਏ, ਥੋੜ੍ਹੀ ਉਮਰ ਵੀ ਭੋਗੇ, ਤਾਂ ਉਹ ਸਦਾ ਸਦਾ ਜੀਵਾਨ ਉਹ ਆਤਮਿਕ ਜੀਵਨ ਦਾ ਆਨੰਦ ਪ੍ਰਾਪਤ ਕਰਦਾ, ਜਿਉਂਦਿਆਂ ਹਮੇਸ਼ਾ ਜਿਉਂਦਾ ਰਹਿੰਦਾ। ਸਾਹਿਬਜ਼ਾਦੇ ਉਹ ਕਦੀ ਬੁੱਢੇ ਨਹੀਂ ਹੋਣਗੇ, ਅੱਜ ਵੀ ਉਸੇ ਤਰ੍ਹਾਂ ਹੀ ਨੀਹਾਂ ਦੇ ਵਿੱਚ ਖੜੇ ਜਕਾਰੇ ਛੱਡਦੇ ਉਸੇ ਉਮਰ 'ਚ ਹੀ ਤੁਹਾਨੂੰ ਦਿਖਣਗੇ। ਵੱਡੇ ਸਾਹਿਬਜ਼ਾਦੇ ਵੀ ਜਵਾਨ ਦਿਸਣਗੇ ਚਮਕੌਰ ਦੀ ਜੰਗ 'ਚ। ਤੇ ਇਸ ਲਈ ਉਹਨਾਂ ਦੀ ਇਮੇਜ ਹਮੇਸ਼ਾ ਅਮਰ ਹੋ ਜਾਂਦੀ ਹੈ। ਸ਼ਹੀਦਾਂ ਦੇ ਨਾਮ ਤੋਂ ਪਹਿਲਾਂ ਤਾਈਓ ਅਮਰ ਸ਼ਹੀਦ ਲਗਾਇਆ ਜਾਂਦਾ ਹੈ। ਸਰਨ 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 ਪ੍ਰਭ ਭਾਵੋ। ਮਨ ਕਰਕੇ ਪਰਮੇਸ਼ਰ ਦੀ ਓਟ ਵਿੱਚ, ਤਨ ਕਰਕੇ ਪਰਮੇਸ਼ਰ ਦੀ ਓਟ ਵਿੱਚ, ਤੇ ਬਾਣੀ ਦੁਆਰਾ ਵੀ ਪਰਮੇਸ਼ਰ ਦੀ ਓਟ ਵਿੱਚ ਆਪਣੇ ਆਪ ਨੂੰ ਪਾਉਣਾ ਕਰੋ। ਦੀਜੈ ਸਾਧ ਸੰਗਤ ਕਿਰਪਾਨੰਦ। ਅਤੇ ਇਹ ਕਿਰਪਾ ਦੇ ਸਮੁੰਦਰ ਸਤਸੰਗ ਦੇ ਵਿੱਚ ਆਪਣਾ ਮਨ ਤਨ ਧਨ ਅਰਪ ਦੇਣਾ ਕਰੋ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ। ਇਸੇ ਪ੍ਰਕਾਰ ਸਰਨ 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 ਪ੍ਰਭ ਭਾਵੋ। ਇਹ ਪਰਮੇਸ਼ਰ ਜਿਵੇਂ ਤੂੰ ਹੋਰਨਾਂ ਪਿਛਲੇ ਭਗਤਾਂ ਨੂੰ ਆਪਣੀ ਓਟ ਦਿੱਤੀ ਹੈ, ਹੁਣ ਆਪਣੇ ਭਗਤਾਂ ਨੂੰ ਓਟ ਦੇ ਰਿਹਾ, ਇਸੇ ਤਰ੍ਹਾਂ ਮੈਨੂੰ ਵੀ ਮਨ ਬਾਣੀ ਸਰੀਰ ਕਰਕੇ ਆਪਣੀ ਓਟ ਵਿੱਚ ਪਾਉਣਾ ਕਰੋ ਜੀ। ਦੀਜੈ ਸਾਧ ਸੰਗਤ ਕਿਰਪਾਨੰਦ। ਪਰ ਇਹ ਕਿਰਪਾ ਦੇ ਸਮੁੰਦਰ ਪਰਮੇਸ਼ਰ ਤੇਰੀ ਪ੍ਰਾਪਤੀ ਕਰਾਉਣ ਵਾਲੀ ਸਾਧ ਸੰਗਤ ਮੈਨੂੰ ਬਖਸ਼ ਦੇਣਾ ਕਰੋ, ਜਾਂ ਸਾਧ ਸੰਗਤ ਦੀ ਕਿਰਪਾ ਦੁਆਰਾ ਆਪਣੇ ਸਰੂਪ ਦਾ ਆਨੰਦ ਬਖਸ਼ ਦੇਣਾ ਕਰੋ ਜੀ। ਨਾਨਕ ਪੂਰ ਰਹਿਓ ਹੈ ਸਰਬ ਮੈਂ। ਸਤਿਗੁਰੂ ਮਹਾਰਾਜ ਜੀ ਕਥਨ ਕਰਦੇ ਕੋਈ ਪਰਮੇਸ਼ਰ ਸਾਰਿਆਂ ਦੇ ਵਿੱਚ ਪਰਿਪੂਰਨ ਵਿਆਪਕ ਹੋ ਰਿਹਾ ਹੈ। ਜਲ ਥਲ ਮਹੀਲ ਪੂਰਿਆ, ਸੁਆਮੀ ਸਿਰਜਣਹਾਰ, ਅਨਕ ਪਾਂਦ ਹੋਏ ਪਸਰਿਆ, ਨਾਨਕ ਏਕ ਓੰਕਾਰ। ਸਗਲ ਗੁਣਾ ਵਿਦ ਜਾਨਦ। ਉਹ ਪਰਮੇਸ਼ਰ ਹੀ ਸਾਰੇ ਗੁਣਾਂ ਦਾ ਦਾਤਾ ਤੇ ਸਾਰੀਆਂ ਵਿਧੀਆਂ ਨੂੰ ਜਾਣਦਾ ਹੈ। ਇੱਥੇ ਸਮਾਪਤੀ ਹੈ ਜੀ। ਸੋ ਸਮਾਂ ਸਮਾਪਤ ਹੋਇਆ, ਭੁੱਲਾਂ ਚੁੱਕਾ ਖਿਮਾ ਕਰਨੀਆਂ ਜੀ, ਅੱਗੇ ਤੋਂ ਸਮਤ ਬਖਸ਼ਣੀ। ਆਓ ਗੁਰੂ ਚਰਨਾਂ 'ਚ ਅਰਦਾਸ ਕਰੀਏ ਕਿ ਸ਼ਹੀਦਾਂ ਦੀ ਪਵਿੱਤਰ ਯਾਦ ਵਿੱਚ ਦਸਵੀਂ ਦੇ ਦਿਹਾੜੇ 'ਤੇ ਆਪਦੇ ਚਰਨਾਂ ਦੀ ਮਹਾਰਾਜ ਹਾਜ਼ਰੀ ਭਰੀ ਹੈ। ਉਪਦੇਸ਼ ਸਾਡੇ ਹਿਰਦੇ 'ਚ ਵਸ ਜਾਏ ਤਾਂ ਕਿ ਅਸੀਂ ਵੀ ਆਪਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ। ਸਰਨ 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 ਪ੍ਰਭ ਭਾਵੋ। ਦੀਜੈ ਸਾਧ ਸੰਗਤ ਕਿਰਪਾਨੰਦ। ਨਾਨਕ ਪੂਰ ਰਹਿਓ ਹੈ ਸਰਬ ਮੈਂ, ਸਗਲ ਗੁਣ ਬਿਦ ਜਾਨਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰੂ ਤੋਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਬਰਵਾਰ।